ਉੱਪਰਲੇ ਗੁਰਵਾਕ ਦੇ ਤੀਜੇ ਅੰਗ ਵਿੱਚ ਇਉਂ ਉਚਾਰਨ ਹੋਇਆ ਹੈ ਕਿ ਅੰਤ ਕਾਲ ਵਿਖੇ ਜੇ ਪ੍ਰਾਣੀ ਦੀ ਸੁਰਤ ਨਿਜ ਬਣਾਈਆਂ ਮੰਦਰ ਮਾੜੀਆਂ ਮਕਾਨ ਮੰਦਰਾਂ ਵਿੱਚ ਚਲੀ ਜਾਵੇ ਅਤੇ ਮੰਦਰ ਦੀਆਂ ਚਿਤਵਨੀਆਂ ਚਿਤਵਦਾ ਹੀ ਉਹ ਮਰ ਜਾਵੇ, ਤਾਂ ਉਸ ਨੂੰ ਪ੍ਰੇਤ ਭੂਤ ਦੀ ਜੂਨੀ ਹੀ ਮੁੜ ਅਤੇ ਚਿਰੰਕਾਲ ਲਈ ਭੁਗਤਣੀ ਪੈਂਦੀ ਹੈ। ਭੂਤ ਪ੍ਰੇਤ ਦੀਆਂ ਜੂਨੀਆਂ ਵੀ ਹਨ, ਜੈਸਾ ਕਿ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਆਦਿ ਹੋਰ ਕਈ ਗੁਰ ਪ੍ਰਮਾਣਾਂ ਤੋਂ ਸਿੱਧ ਹੈ। ਇਸੇ ਪ੍ਰੇਤ ਜੋਨ ਦੀ ਹੋਂਦ ਦਾ ਹੱਡ ਵਰਤਿਆ ਉਦਾਹਰਨ ਇਸ ਪੁਸਤਕ ਪੜ੍ਹਨਹਾਰਿਆਂ ਦੇ ਪੇਸ਼ ਕੀਤਾ ਜਾਂਦਾ ਹੈ। ਪ੍ਰੇਤ ਉਧਾਰ ਪ੍ਰਸਿੱਧ ਅਖੰਡ ਪਾਠੀ ਅਤੇ ਕੀਰਤਨੀ ਜੱਥੇ ਦੀ ਪੈਦਲ ਯਾਤਰਾ ਸਮੂਹ ਗੁਰਦੁਆਰਿਆਂ ਦੀ ਕਰਨ ਦਾ ਦੌਰਾ ਆਰੰਭ ਹੋ ਗਿਆ। ਦ੍ਰਿੜ ਸੰਕਲਪ ਜੱਥੇ ਦਾ ਇਹ ਹੋ ਗਿਆ ਕਿ ਜਿਨੀ ਰਾਹੀਂ ਸ੍ਰੀ ਦਸ਼ਮੇਸ਼ ਜੀ ਵਿਚਰਦੇ ਸ੍ਰੀ ਹਜ਼ੂਰ ਸਾਹਿਬ ਔਰ ਪਧਾਰੇ ਹਨ, ਉਨੀ ਰਾਹੀਂ ਅਤੇ ਉਨੀ ਹੀ ਮੰਜ਼ਲੀ ਮੁਕਾਮੀ ਤੁਰ ਚੱਲ ਤੇ ਠਹਿਰ ਕੇ ਹੀ ਸਾਰਾ ਜੱਥਾ ਪੈਦਲ ਆਨੰਦ ਮਾਣਦਾ ਜਾਵੇ। ਯਾਤਰਾ ਕਰਦੇ ਰਾਹ ਵਿੱਚ ਇੱਕ ਪੁਰਾਣਾ ਕਸਬਾ ਆ ਗਿਆ। ਉੱਪਰੋਂ ਰਾਤ ਪੈਣ ਵਾਲੀ ਹੋ ਗਈ। ਰਹਿਰਾਸ ਦੇ ਪਾਠ ਦਾ ਸਮਾਂ ਵੀ ਹੋ ਗਿਆ। ਜੱਥੇ ਨੇ ਇਸੇ ਕਸਬੇ ਵਿੱਚ ਹੀ ਰਹਿਣ ਬਸੇਰੇ ਲਈ ਕਿਆਮ ਕਰਨ ਦੀ ਧਾਰਨਾ ਧਾਰੀ। ਕਸਬੇ ਦੇ ਕਸਬਾਰੀਆਂ ਲੋਕਾਂ ਪਾਸੋਂ ਜੋ ਸਾਰੇ ਆਨਮਤੀ ਸਨ, ਠਹਿਰ ਕਿਆਮ ਲਈ ਕੋਈ ਮੁਕਾਮ ਅਸਥਾਨ ਮਕਾਨ ਪੁੱਛਿਆ ਗਿਆ। ਉਹਨਾਂ ਨੇ ਮੱਥ ਕੇ ਸ਼ਰਾਰਤ ਨਾਲ ਉਹ ਮਕਾਨ ਦੱਸਿਆ ਜਿੱਥੇ ਕਦੇ ਕੋਈ ਮੁਸਾਫਰ ਜਾਂ ਕਿਰਾਏਦਾਰ ਇੱਕ ਰਾਤ ਵੀ ਨਹੀਂ ਸੀ ਕੱਟ ਸਕਦਾ। ਇਸ ਪੱਕੇ ਮਕਾਨ ਵਿਖੇ ਕੋਈ ਅਸੇਬ ਹੁੰਦਨੀ ਪ੍ਰੇਤ ਦਾ ਹੋਣਾ ਮਸ਼ਹੂਰ ਸੀ, ਜਿੱਥੇ ਵਾਸਾ ਕਰਨ ਲਈ ਕਈ ਜਾਨਾਂ ਵੀ ਜੋਖੋਂ ਵਿੱਚ ਪੈ ਚੁੱਕੀਆਂ ਸਨ। ਸ਼ਰਾਰਤੀਆਂ ਨੇ ਜਾਣ ਬੁੱਝ ਕੇ ਅਤੇ ਗਿਣ ਮਿੱਥ ਕੇ ਜੱਥੇ ਨੂੰ ਉਸੇ ਮਕਾਨ ਵਿੱਚ ਹੀ ਉਤਾਰਾ ਦੇ ਦਿੱਤਾ। ਮਕਾਨ ਬੜਾ ਵਸੀ ਅਤੇ ਪੱਕਾ ਬਣਿਆ ਹੋਇਆ ਸੀ, ਪਰ ਬੜੇ ਪੁਰਾਣੇ ਵੇਲਿਆਂ ਦਾ ਬਣਿਆ ਹੋਇਆ ਪ੍ਰਤੀਤ ਹੁੰਦਾ ਸੀ। ਅਨੇਕਾਂ ਰਿਹਾਇਸ਼ੀ ਕਮਰੇ ਉਸ ਵਿੱਚ ਸਨ, ਪਰ ਐਸਾ ਪ੍ਰਤੀਤ ਹੁੰਦਾ ਸੀ ਕਿ ਕਦੇ ਰਿਹਾਇਸ਼ ਉਸ ਵਿੱਚ ਕਿਸੇ ਦੀ ਹੋਈ ਹੀ ਨਹੀਂ। ਬੜਾ ਕੁਸੁਥਰਾ ਪਿਆ ਸੀ। ਜੱਥੇ ਨੇ ਰਹਿਣ ਬਸੇਰਾ ਜ਼ਰੂਰ ਕਰਨਾ ਸੀ। 30-35 ਸਿੰਘਾਂ ਦਾ ਜਥਾ ਸੀ। ਹੱਥੋਂ ਹੱਥੀ ਸਿੰਘਾਂ ਨੇ ਰਹਿਣ ਬਸੇਰੇ ਜੋਗੀ ਜਗ੍ਹਾ ਦੀ ਸਫਾਈ ਕਰ ਲਈ। ਇੱਕ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਵਾਸ ਵੀ ਦੇ ਦਿੱਤਾ। ਖੂਬ ਸਫਾਈ ਵਿਛਾਈ ਕਰਕੇ ਸ੍ਰੀ ਗੁਰਦੇਵ ਜੀ ਬਿਰਾਜਮਾਨ ਕਰਾ ਦਿੱਤੇ ਅਤੇ ਉਸੇ ਕਮਰੇ ਵਿੱਚ ਜੱਥੇ ਦੇ ਅਧਮ ਸੇਵਕ ਜਥੇਦਾਰ ਸਿੰਘ ਜੀ ਨੇ ਵੀ ਭੂਮ ਆਸਨ ਬਿਸਤਰਾ ਕਰ ਲਿਆ। ਸੋਦਰ ਦਾ ਦੀਵਾਨ ਵੀ ਸ੍ਰੀ ਗੁਰੂ ਮਹਾਰਾਜ ਦੇ ਤਾਬੇ ਉਸੇ ਕਮਰੇ ਵਿੱਚ ਹੀ ਸਜਿਆ। ਕੀਰਤਨ ਭਜਨ ਵੀ ਖੂਬ ਖੁਰਾਕ ਹੈ। ਫਿਰ ਆਪੋ ਆਪਣੇ ਕਮਰਿਆਂ ਵਿੱਚ ਸਾਰੇ ਸਿੰਘ ਜਾ ਬਿਰਾਜੇ। ਜਥੇਦਾਰ ਸਿੰਘ ਹੀ 1.25 ਲੱਖ ਨਾਲ ਗੁਰੂ ਸਾਹਿਬ ਵਾਲੇ ਕਮਰੇ ਰਹਿ ਗਏ। ਸਿਆਲੇ ਦੀ ਰੁੱਤ ਸੀ। ਬੂਹਾ ਭੇੜ ਕੇ ਦਰਵਾਜ਼ੇ ਮਾਰ ਕੇ ਹੀ ਸਾਹਮਣਾ ਬਣਦਾ ਸੀ। ਇਕਾਂਤਵਾਸੀ ਜਥੇਦਾਰ ਸਿੰਘ ਨੇ ਭਜਨ ਇਕਾਂਤ ਦਾ ਆਨੰਦ ਲੈਣ ਲਈ ਅੰਦਰੋਂ ਬੂਹਾ ਮਾਰ ਲਿਆ ਅਤੇ ਕੀਰਤਨ ਸੋਹਿਲਾ ਪੜ੍ਹ ਕੇ ਅਭਿਆਸ ਆਨੰਦ ਵਿੱਚ ਜੁਟ ਗਏ। ਰਾਤ ਤਕੜੀ ਬੀਤ ਚੁੱਕੀ ਸੀ। ਹੋਰ ਸਾਰੇ ਥਾਂ ਥਾਈਂ ਸੌਂ ਚੁੱਕੇ ਸਨ। ਕੇਵਲ ਭੂਮ ਆਸਨੀ ਗੁਰੂ ਤਾਬਿਆ ਨਿਵਾਸਨੀ ਜਥੇਦਾਰ ਸਿੰਘ ਹੀ ਜਾਗ ਰਹੇ ਸਨ। ਸੁਤੇ ਜਾਗਨੀ ਸਿਮਰਨ ਸੁਜਾਗਨੀ ਵਿੱਚ ਸੁਰਤ ਸਥਿਤਨੀਏ ਹੋ ਰਹੇ ਸਨ ਕਿ ਯਕਾਯਕ ਦਰਵਾਜ਼ੇ ਤੇ ਖਟਖਟਾਹਟੀ ਠੋਕਰਾਂ ਪੈਣ ਲੱਗ ਪਈਆਂ। ਸਿੰਘ ਸੁਜਾਨ ਜੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਦੇ ਹਨ ਕਿ ਬੂਹਿਓਂ ਬਾਹਰ ਚੰਦ ਦੀ ਚਾਨਣੀ ਵਿੱਚ ਇੱਕ ਬੜੀ ਹੀ ਵਿਕਰਾਲ ਰੂਪ, ਬੜੀ ਭਿਆਨਕ ਸ਼ਕਲ ਖੜੀ ਹੈ, ਜੋ ਸਿਰ ਤੋਂ ਪੈਰਾਂ ਤਾਈਂ ਲਰਜ਼ਾਉਂਦੀ ਹੋਈ ਥਰ-ਥਰ ਕੰਬ ਰਹੀ ਹੈ। ਅਭਿਆਸ ਮੁਜੱਸਮੀ ਨਾਮ ਰਸੀਏ ਸਿੰਘ ਨੇ ਰੰਚਕ ਵੀ ਖੌਫ ਨਹੀਂ ਖਾਧਾ ਅਤੇ ਉਸ ਨੂੰ ਵੰਗਾਰ ਕੇ ਪੁੱਛਿਆ ਕਿ ਤੂੰ ਕੌਣ ਹੈ। ਬੜੀ ਝੀਣੀ ਰੁਦਨ ਬੈਣੀ ਆਵਾਜ਼ ਵਿੱਚ ਉਸ ਵਿਕਰਾਲ ਰੂਪ ਵੱਲੋਂ ਉੱਤਰ ਆਇਆ ਕਿ ਮੈਂ ਇਸ ਮਕਾਨ ਦਾ ਮਾਲਕ ਹਾਂ। ਸਦੀਆਂ ਹੋਈਆਂ ਮੈਨੂੰ ਮਰ ਚੁੱਕੇ ਨੂੰ। ਮੇਰੇ ਅਭਾਗ ਕਿ ਇਸ ਪੱਕੇ ਮਕਾਨ ਦੀ ਪੱਕ ਮੁਹੱਬਤੀ ਕੱਚ ਕੁਫੇੜੀ ਮੋਹ ਮਮਤੇਰ ਨੇ ਮੈਨੂੰ ਪ੍ਰੇਤ ਦੀ ਜੂਨ ਵਿੱਚ ਪਵਾਇਆ, ਜਿਸ ਵਿੱਚ ਮੈਂ ਚਿਰੰਕਾਲ ਤੋਂ ਦੁੱਖ ਭੋਗ ਰਿਹਾ ਹਾਂ, ਜੋ ਮੈਥੋਂ ਦੱਸੇ ਨਹੀਂ ਜਾਂਦੇ। ਇਸ ਮਕਾਨ ਦੀ ਚਾਰ ਦੀਵਾਰੀ ਵਿੱਚ ਕੈਦ ਹਾਂ ਅਤੇ ਪੁੱਜ ਕੇ ਦੁਖੀ ਹੋ ਰਿਹਾ ਹਾਂ। ਅਨੇਕਾਂ ਨੂੰ ਦੁੱਖ ਦਿੱਤੇ। ਇਸ ਮਕਾਨ ਵਿੱਚ ਆਇਆਂ ਅਨੇਕਾਂ ਦੀ ਮੈਂ ਰੱਤ ਚੂਸੀ, ਸਗੋਂ ਹੋਰ ਵੀ ਦੁਖੀਆ ਹੋਇਆ। ਹੁਣ ਮੇਰੇ ਭਾਗਾਂ ਨੂੰ ਗੁਰੂ ਕੇ ਲਾਡਲੇ ਜੱਥੇ ਨੇ ਇੱਥੇ ਇਸ ਮਕਾਨ ਵਿਖੇ ਆਣ ਉਤਾਰਾ ਕੀਤਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਪਵਿੱਤਰ ਚਰਨ ਪਏ ਹਨ। ਇਸ ਲਈ ਮੈਂ ਹੁਣ ਇਹ ਬੇਨਤੀ ਘਿਘਿਆ ਕੇ ਕਰਨ ਆਇਆ ਹਾਂ ਆਪ ਦੀ ਸੇਵਾ ਵਿਖੇ
ਕਿ ਆਪ ਗੁਰੂ ਦੇ ਪਰਉਪਕਾਰੀ ਸਿੰਘ ਹੋ। ਮੇਰੀ ਕਲਿਆਣ ਕਰੋ। ਇਸ ਪ੍ਰੇਤ ਜੂਨੀ ਤੋਂ ਮੈਨੂੰ ਛੁਡਾਓ। ਕਲਯੁਗ ਵਿੱਚ ਹੋਰ ਕੋਈ ਸਾਧਨ ਨਹੀਂ ਇਸ ਛੁਟਕਾਰੇ ਦਾ। ਸੋ ਦਇਆ ਮਇਆ ਕਰੋ ਮੇਰੀ ਸਦਗਤੀ ਨਮਿਤ। ਇਸ ਮਕਾਨ ਵਿੱਚ ਇੱਕ ਅਖੰਡ ਪਾਠ ਕਰ ਦੇਵੋ ਅਤੇ ਦੇਗਾਂ ਬਣਾ ਕੇ ਯੱਗ ਵੀ ਰਚ ਦੇਵੋ। ਮੈਨੂੰ ਯਕੀਨ ਹੈ ਕਿ ਮੇਰਾ ਇਸ ਜੂਨੀ ਤੋਂ ਸਦਾ ਲਈ ਛੁਟਕਾਰਾ ਹੋ ਜਾਵੇਗਾ ਤੇ ਮੇਰੀ ਕਲਿਆਣ ਹੋ ਜਾਵੇਗੀ। ਦਇਆਵਾਨ ਸਿੰਘ ਜੀ ਨੂੰ ਬੜਾ ਹੀ ਤਰਸ ਆਇਆ ਉਸ ਦੀ ਹਾਲਤ ਉੱਤੇ। ਦ੍ਰਵੀਭੂਤ ਹੋ ਕੇ ਅਤੇ ਕਰੁਣਾ ਰਸ ਵਿੱਚ ਢਰ ਕੇ ਉਸ ਨੂੰ ਇਉਂ ਉੱਤਰ ਦਿੱਤਾ, ਹੇ ਦੁਖੀਏ, ਤੇਰੀ ਹਾਲਤ ਤੇ ਬੜਾ ਹੀ ਰਹਿਮ ਆਉਂਦਾ ਹੈ। ਅਸੀਂ ਤੁਰਤ ਹੀ ਤੇਰਾ ਭਲਾ ਕਰਨ ਲਈ ਤਿਆਰ ਹਾਂ, ਪਰ ਔਖੀ ਗੱਲ ਇਹ ਹੈ ਕਿ ਇਹ ਜਥਾ ਤਾਂ ਬਿਹੰਗਮੀ ਬਿਬੇਕੀਆਂ ਦਾ ਹੈ। ਅਖੰਡ ਪਾਠ ਦੀ ਸਮੱਗਰੀ ਲਈ ਅਤੇ ਦੇਗ ਲਈ ਤੇ ਲੰਗਰ ਚਲਾਉਣ ਲਈ ਇਤਨੀ ਮਾਇਆ ਸਾਡੇ ਪਾਸ ਨਹੀਂ ਕਿ ਤੇਰੀ ਰੁਚੀ ਅਨੁਸਾਰ ਯੱਗ ਵੀ ਰਚਿਆ ਜਾਵੇ, ਅਖੰਡ ਪਾਠ ਵੀ ਪੂਰਨ ਗੁਰਮਤ ਵਿਧੀ ਅਨੁਸਾਰ ਸੰਪੂਰਨ ਕੀਤਾ ਜਾਵੇ। ਇਹ ਸੁਣ ਕੇ ਉਸਨੇ ਉੱਤਰ ਦਿੱਤਾ, ਇਹ ਗੱਲ ਮੈਨੂੰ ਪਹਿਲਾਂ ਹੀ ਮਾਲੂਮ ਹੈ ਕਿ ਇਹ ਬੈਰਾਗੀ ਵਿਵੇਕ ਅਨੁਰਾਗੀ ਜਥਾ ਮਾਇਆ ਦਾ ਤਿਆਗੀ ਹੈ, ਪਰ ਮਾਇਆ ਆਪ ਦੇ ਚਰਨਾਂ ਦੀ ਦਾਸੀ ਹੈ। ਮੇਰੇ ਹੀ ਇਸ ਮਕਾਨ ਵਿੱਚ ਜਿਤਨੀ ਮਾਇਆ ਆਪ ਚਾਹੋ ਖੋਦ ਕੇ ਕੱਢ ਸਕਦੇ ਹੋ, ਪਰ ਆਪ ਨੂੰ ਹੋਰ ਕੋਈ ਚਾਹਨ ਨਹੀਂ। ਕੇਵਲ ਮੇਰੇ ਕਲਿਆਣਕਾਰੀ ਸਮਾਗਮ ਰਚਣ ਲਈ ਤਾਂ ਫਲਾਣੇ ਖੁੰਝੇ ਵਿੱਚ 500 ਦਮੜੇ ਰੁਪਏ ਦੇਗਚੀ ਵਿੱਚ ਬੰਦ ਕਰਕੇ ਦੱਬੇ ਪਏ ਹਨ। ਉਹ ਕੱਢ ਲਵੋ ਅਤੇ ਦਿਨ ਚੜ੍ਹਦੇ ਨੂੰ ਅਖੰਡ ਪਾਠਮਈ ਕਲਿਆਣਕਾਰੀ ਯੱਗ ਮੇਰੇ ਨਿਮਿਤ ਰਚ ਦੇਵੋ। ਆਪ ਦੇ ਗੁਰੂ ਦੀ ਦੁਹਾਈ ਪਾ ਕੇ ਬੇਨਤੀ ਕਰਦਾ ਹਾਂ। ਸਿੰਘ ਜਥੇਦਾਰ ਨੇ ਉੱਤਰ ਦਿੱਤਾ ਕਿ ਚੰਗਾ, ਐਸਾ ਹੀ ਹੋਵੇਗਾ, ਪਰ ਸਾਨੂੰ ਐਤਨੀ ਗੱਲ ਤਾਂ ਦੱਸ ਜਾ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੇਰੀ ਕਲਿਆਣ ਹੋ ਗਈ। ਉੱਤਰ ਵਿੱਚ ਉਸਨੇ ਕਿਹਾ ਕਿ ਉਸ ਸਾਹਮਣੇ ਦੇ ਆਲੇ ਵਿੱਚ ਭੋਗ ਪੈਣ ਤੇ ਮੇਰੀ ਨਿਮਿਤ ਕੜਾ ਪ੍ਰਸ਼ਾਦ ਦਾ ਛਾਂਦਾ ਰੱਖਿਆ ਜਾਵੇ, ਬਾਟੇ ਵਿੱਚ ਪਾ ਕੇ, ਅਤੇ ਆਲੇ ਨੂੰ ਬੰਦ ਕਰ ਦਿੱਤਾ ਜਾਵੇ। ਅਖੰਡ ਪਾਠ ਦੇ ਭੋਗ ਤੇ ਹੀ ਭੋਗ ਲਗਾ ਕੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਅਤੇ ਮੇਰੀ ਨਿਮਿਤ ਵੀ ਰੱਖਿਆ ਜਾਵੇ। ਅਖੰਡ ਕੀਰਤਨ ਦੇ ਭੋਗ ਪਿੱਛੋਂ ਸਾਰੀ ਆਈ ਸੰਗਤ ਨੂੰ ਲੰਗਰ ਛਕਾ ਕੇ ਪਿੱਛੋਂ ਇਹ ਆਲਾ ਖੋਲ ਕੇ ਦੇਖਿਆ ਜਾਵੇ। ਨਿਸੰਗ ਜਿੰਦਾ ਹੀ ਪਹਿਲਾਂ ਲਾ ਦਿੱਤਾ ਜਾਵੇ। ਜਿੰਦਰਾ ਖੋਲ ਕੇ ਦੇਖਣ ਪਰ ਜੇ ਬਾਟਾ ਖਾਲੀ ਦਿਸੇ ਤਾਂ ਸਮਝਣਾ ਕਿ ਕੜਾ ਪ੍ਰਸ਼ਾਦ ਦਾ ਛਾਂਦਾ ਮੈਨੂੰ ਪ੍ਰਾਪਤ ਹੋ ਗਿਆ। ਮੈਂ ਗੱਫੇ ਲੈ ਗਿਆ ਅਤੇ ਮੇਰੀ ਕਲਿਆਣ ਹੋ ਗਈ। ਜੇ ਕੜਾ ਪ੍ਰਸ਼ਾਦ ਜਿਉਂ ਦਾ ਤਿਉਂ ਹੀ ਬਾਟੇ ਵਿੱਚ ਪਿਆ ਰਹਿ ਜਾਏ ਤਾਂ ਜਾਣਨਾ ਕਿ ਮੈਨੂੰ ਗੱਫਾ ਪ੍ਰਾਪਤ ਨਹੀਂ ਹੋਇਆ, ਨਾ ਹੀ ਮੇਰੀ ਕਲਿਆਣ ਹੋਈ ਹੈ। ਬਸ ਇਤਨੀ ਗੱਲ ਕਰਕੇ ਉਹ ਬਿਕਰਾਲ ਰੂਪ ਅਲੋਪ ਹੋ ਗਿਆ। ਦਿਨ ਚੜ੍ਹਦੇ ਨੂੰ ਸਾਰੀ ਸੰਗਤ ਵਿੱਚ ਇਹ ਵਾਰਤਾ ਸੁਣਾਈ ਗਈ। ਸਰਬੱਤਰ ਦੀ ਸੰਮਤੀ ਇਹੋ ਹੋਈ ਕਿ ਜ਼ਰੂਰੀ ਅਖੰਡ ਪਾਠ ਰੂਪੀ ਯੱਗ ਉਸ ਨਿਮਿਤ ਰਚਿਆ ਜਾਵੇ। ਉਸ ਪ੍ਰੇਤ ਦੇ ਦੱਸੇ ਅਨੁਸਾਰ ਜਦੋਂ ਉਸ ਦਾ ਦੱਸਿਆ ਖੂੰਜਾ ਪੱਟ ਕੇ ਟੋਲਿਆ ਗਿਆ ਤਾਂ ਉਸ ਵਿੱਚੋਂ ਸੱਚਮੁੱਚ ਦੇਗਚੀ ਨਿਕਲ ਆਈ, ਜਿਸ ਵਿੱਚ ਉਸ ਦੇ ਦੱਸੇ ਦਮੜੇ ਭਰੇ ਪਏ ਸਨ। ਤੁਰਤੋਂ ਫੁਰਤੀ ਸਮੱਗਰੀ ਅਖੰਡ ਪਾਠ ਦੀ ਖਰੀਦੀ ਗਈ। ਲੰਗਰ ਯੱਗ ਆਦਿਕ ਦਾ ਸਮਾਨ ਬੜੇ ਪੈਮਾਨੇ ਤੇ ਖਰੀਦਿਆ ਗਿਆ। ਖੁੱਲੇ ਡੁੱਲੇ ਖਰਚਣੇ ਖਰਚੇ ਗਏ। ਸਾਰੇ ਕਸਬੇ ਵਿੱਚ ਧੁੰਮ ਮਚ ਗਈ। ਹੁਮ ਹੁਮਾ ਕੇ ਖਲਕਤ ਆਣ ਇਕੱਠੀ ਹੋਈ। ਬਹੁਤੀ ਹੈਰਾਨੀ ਇਸ ਗੱਲ ਦੀ ਸਾਰੀ ਲੁਕਾਈ ਨੂੰ ਹੋਈ ਕਿ ਇੱਥੇ ਇਸ ਮਕਾਨ ਵਿਖੇ ਤਾਂ ਕੋਈ 2 ਘੜੀਆਂ ਵੀ ਨਹੀਂ ਕੱਟ ਸਕਦਾ ਸੀ। ਦੁਹਾਈ ਮਚ ਜਾਂਦੀ ਸੀ। ਇਹ ਕੀ ਕੌਤਕ ਹੋਇਆ? ਗੁਰੂ ਦੇ ਸਿੰਘਾਂ ਨੇ ਤਾਂ ਹੋਰ ਹੀ ਉਲਟੀ ਰਚਨਾ ਰਚ ਲਈ ਅਖੰਡ ਪਾਠ ਸਮਾਗਮ ਦੀ। ਪੂਰਨ ਗੁਰਮਤ ਰੀਤੀ ਮਰਿਆਦਾ ਅਨੁਸਾਰ ਅਖੰਡ ਪਾਠੀਆਂ ਤੇ ਜਪਜੀ ਸਾਹਿਬ ਦੇ ਪਾਠੀਆਂ ਰਹਿਤ ਬਹਿਤ ਵਿੱਚ ਤਿਆਰ ਬਰ ਤਿਆਰ ਸਿੰਘਾਂ ਦੇ ਸਕੇਸ਼ ਇਸ਼ਨਾਨ ਕਰਾਏ ਗਏ। ਸਾਰੇ ਤੇੜ ਸਿਰ ਦੇ ਬਸਤਰ ਧੁਆਏ ਗਏ। ਅਖੰਡ ਪਾਠ ਆਰੰਭ ਹੋ ਗਿਆ। ਆਦ ਮਦ ਅੰਤ ਸੰਪੂਰਨ ਹੋਇਆ। ਅਰਦਾਸ ਉਸ ਪ੍ਰੇਤ ਦੀ ਕਲਿਆਣ ਨਿਮਿਤ ਕੀਤੀ ਗਈ। ਕੜਾ ਪ੍ਰਸ਼ਾਦ ਦੇ ਖੂਬ ਗਹਿਰੇ ਛਾਂਦੇ ਵਰਤਾਏ ਗਏ। ਲੰਗਰ ਵੀ ਖੁੱਲੇ ਵਰਤਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਸਮੇਂ ਦਾ ਵਾਕ ਜੋ ਲਿਆ ਗਿਆ ਤਾਂ ਉਸ ਦੀ ਪਿਛਲੀ ਤੁਕ ਤੋਂ ਇਹ ਪ੍ਰਤੀਤ ਹੋਇਆ ਕਿ ਤਨਕ ਅਚੇਤ ਬਿਘਨ ਪੈ ਜਾਣ ਕਰਕੇ ਪ੍ਰੇਤ ਦੀ ਕਲਿਆਣ ਹੋਣ ਵਿੱਚ ਕੁਝ ਕਸਰ ਰਹਿ ਗਈ ਹੈ। ਪਰ ਫਿਰ ਵੀ ਇਸ ਕਸਰ ਦਾ ਕਿਸੇ ਨੇ ਗੁਮੇ ਨਾ ਕੀਤਾ ਸਿਵਾਏ ਜਥੇਦਾਰ ਸਿੰਘ ਦੇ। ਓੜਕ ਉਸ ਪ੍ਰੇਤ ਦੀ ਦੱਸੀ ਨਿਸ਼ਾਨੀ ਅਨੁਸਾਰ ਉਸ ਨਮਿਤ ਆਲੇ ਵਿੱਚ ਰੱਖੇ ਕੜਾ ਪ੍ਰਸ਼ਾਦ ਦੇ ਛਾਂਦੇ ਨੂੰ ਆਲਾ ਖੋਲ ਕੇ ਦੇਖਿਆ ਗਿਆ ਤਾਂ ਕੀ ਦੇਖਦੇ ਹਾਂ ਕਿ ਕੜਾ ਪ੍ਰਸ਼ਾਦ
ਉਵੇਂ ਕਿਵੇਂ ਬਾਟੇ ਵਿੱਚ ਹੀ ਪਿਆ ਹੈ, ਤਾਂ ਯਕੀਨ ਕਰਕੇ ਸਭ ਨੇ ਜਾਣ ਲਿਆ ਕਿ ਜ਼ਰੂਰ ਕੋਈ ਅਚੇਤ ਵਿਘਨ ਪੈ ਗਿਆ ਹੈ, ਨਹੀਂ ਤਾਂ ਕਲਿਆਣ ਵਿੱਚ ਕੋਈ ਕਸਰ ਨਹੀਂ ਸੀ। ਪਰ ਇਸ ਰਾਜ਼ ਦਾ ਭੇਦ ਜੱਥੇ ਦੇ ਖਾਸ ਸਿੰਘਾਂ ਦੀ ਛਾਤੀ ਵਿੱਚ ਉਕਰਿਆ ਗਿਆ। ਆਮ ਨੂੰ ਪਤਾ ਨਹੀਂ ਲੱਗਣ ਦਿੱਤਾ। ਸਰਬੱਤ ਦੀ ਸੰਮਤੀ ਨਾਲ ਇਹ ਸਲਾਹ ਠਹਿਰੀ ਕਿ ਅੱਜ ਅਗਾਹਾਂ ਪਿਆਨੇ ਦੇ ਚਾਲੇ ਨਾ ਪਾਏ ਜਾਣ। ਇੱਕ ਰਾਤ ਜੱਥਾ ਹੋਰ ਇਸੇ ਮਕਾਨ ਵਿਖੇ ਵਿਸਰਾਮ ਕਰੇ। ਜਥੇਦਾਰ ਨੂੰ ਯਕੀਨ ਪੱਕਾ ਸੀ ਕਿ ਭਾਵੇਂ ਉਸ ਦੀ ਕਲਿਆਣ ਨਹੀਂ ਹੋਈ, ਇਸ ਕਰਕੇ ਉਹ ਪ੍ਰੇਤ ਅੱਜ ਰਾਤ ਨੂੰ ਫੇਰ ਆਵੇਗਾ। ਬਸ ਇਹ ਠਾਣ ਕੇ ਮੋਰਚੇ ਕਾਇਮ ਦੇ ਕਾਇਮ ਹੀ ਰਹੇ। ਰਾਤ ਨੂੰ ਉਹ ਗੱਲ ਹੋਈ ਕਿ ਐਨ ਉਸੇ ਸਮੇਂ ਫੇਰ ਦਰਵਾਜ਼ਾ ਖਟਖਟਾਇਆ ਗਿਆ। ਜਥੇਦਾਰ ਨੇ ਬੂਹਾ ਖੋਲ ਕੇ ਦੇਖਿਆ ਤਾਂ ਉਹੀ ਪ੍ਰੇਤ ਹੈ, ਪਰ ਉਸਦਾ ਅੱਗੇ ਵਰਗਾ ਬਿਕਰਾਲ ਰੂਪ ਨਹੀਂ, ਨਾ ਹੀ ਉਹ ਕੰਬ ਰਿਹਾ ਹੈ। ਸਵਾਲ ਪੁੱਛਿਆ ਗਿਆ, ਪ੍ਰੇਤ ਕਿਵੇਂ ਹੋਈ, ਕੀ ਗੁਜ਼ਰੀ, ਕੜਾ ਪ੍ਰਸ਼ਾਦ ਕਿਉਂ ਨਹੀਂ ਲੈ ਗਏ? ਉਸਨੇ ਅਤ ਅਧੀਨ ਹੋ ਕੇ ਬੇਨਤੀ ਕੀਤੀ, ਇੱਕ ਅਖੰਡ ਪਾਠ ਮੇਰੀ ਨਿਮਿਤ ਹੋਰ ਕਰੋ। ਥੋੜੀ ਕਸਰ ਰਹਿ ਗਈ ਮੇਰੀ ਬਦਕਿਸਮਤੀ ਨੂੰ, ਪਰ ਮੈਨੂੰ ਯਕੀਨ ਹੈ ਕਿ ਮੇਰੀ ਇਹ ਬਦਕਿਸਮਤੀ ਆਪ ਦੇ ਇੱਕ ਹੋਰ ਹੰਭਲਾ ਉਪਕਾਰਾਂ ਦਾ ਮੇਰੀ ਨਿਮਿਤ ਮਾਰੇ ਤੇ ਦੂਰ ਹੋ ਜਾਵੇਗੀ। ਜਥੇਦਾਰ ਸਿੰਘ ਨੇ ਪੁੱਛਿਆ ਕਿ ਆਖਰ ਕੀ ਕਸਰ ਰਹਿ ਗਈ ਤੈਨੂੰ ਜਾਪੀ? ਉਸਨੇ ਬੜੇ ਅਦਬ ਸਹਿਤ ਉਚਾਰਿਆ, ਲਓ ਸੁਣੋ ਜੀ, ਅਖੰਡ ਪਾਠੀਆਂ ਵਿੱਚ ਫਲਾਣੇ ਨਾਮ ਦਾ ਸਿੰਘ ਆਪਣੀ ਰੌਲ ਲਾ ਕੇ ਜਾ ਸੁੱਤਾ। ਰਾਤ ਦਾ ਸਮਾਂ ਸੀ। ਉਸ ਨੂੰ ਕਿਸੇ ਕਾਰਨ ਤੀਜੀ ਰੌਲ ਲਈ ਹੀ ਜਗਾ ਦਿੱਤਾ ਗਿਆ। ਉਸਨੇ ਇਹ ਸਮਝ ਕੇ ਕਿ ਉਹ ਮੈਦਾਨ ਆਦਿਕ ਤਾਂ ਗਿਆ ਹੀ ਨਹੀਂ ਸੀ, ਇਸ ਕਰਕੇ ਉਹ ਕਾਹਲੀ ਵਿੱਚ 5 ਇਸ਼ਨਾਨਾਂ ਕਰਕੇ ਹੀ ਪਾਠ ਤੇ ਜਾ ਬੈਠਾ, ਪੂਰਾ ਇਸ਼ਨਾਨ ਕੀਤੇ ਬਿਨਾਂ। ਪਾਠੀਆਂ ਨੂੰ ਸਕੇਸ਼ ਇਸ਼ਨਾਨ ਕਰਨ ਦਾ ਹੁਕਮ ਸੀ, ਪਰ ਉਹ ਪਲੀਤ ਦਸ਼ਾ ਵਿੱਚ ਹੀ ਪਾਠ ਕਰਨ ਲੱਗ ਪਿਆ, ਕਿਉਂਕਿ ਜਦ ਉਹ ਕੁਝ ਕੁ ਕਾਲ ਸੁੱਤਾ ਸੀ ਤਾਂ ਸੁਪਨੇ ਵਿੱਚ ਉਸ ਦਾ ਬੀਰਜ ਪਾਤ ਹੋ ਗਿਆ ਸੀ। ਚਾਹੇ ਇਸ ਸੁਪਨ ਦੋਸ਼ ਦਾ ਪਤਾ ਕੋਈ ਨਹੀਂ ਸੀ, ਪਰ ਅਪਵਿੱਤਰਤਾ ਤਾਂ ਹੋ ਹੀ ਗਈ। ਪਲੀਤ ਕਛਹਿਰੇ ਨਾਲ ਹੀ ਪਾਠ ਤੇ ਜਾ ਬੈਠਾ। ਇਸ ਬਿਗਨ ਦੇ ਹੋ ਜਾਣ ਕਰਕੇ ਪੂਰਨ ਫਲ ਮੇਰੀ ਕਲਿਆਣ ਦਾ ਨਾ ਸਫਲ ਹੋਇਆ। ਇਹ ਸੁਤੇ ਹੀ ਐਸਾ ਬਿਗਨ ਪੈ ਗਿਆ। ਮੈਨੂੰ ਪੂਰਨ ਨਿਸ਼ਚਾ ਹੈ ਕਿ ਇੱਕ ਹੋਰ ਪਾਠ ਜੇ ਮੇਰੇ ਨਿਮਿਤ ਕੀਤਾ ਜਾਵੇ ਤਾਂ ਮੇਰੀ ਕਲਿਆਣ ਹੋਣ ਵਿੱਚ ਕੋਈ ਸੰਦੇਹ ਨਹੀਂ। ਮਕਾਨ ਦੇ ਇੱਕ ਹੋਰ ਗੁਪਤ ਕੋਨੇ ਵਿੱਚ 100 ਦਮੜਿਆਂ ਦੀ ਦੇਗਚੀ ਹੋਰ ਪਈ ਹੈ, ਉਹ ਕੱਢ ਕੇ ਦੂਜੇ ਅਖੰਡ ਪਾਠ ਦੇ ਖਰਚਾਂ ਲਈ ਸਫਲਾਈ ਜਾਵੇ। ਨਿਸ਼ਾਨ ਪਤਾ ਦੱਸ ਕੇ ਪ੍ਰੇਤ ਗਣ ਤਾਂ ਚਲਿਆ ਗਿਆ। ਸਾਰੀ ਵਾਰਦਾਤ ਜੱਥੇ ਦੇ ਸਿੰਘਾਂ, ਖਾਸ ਕਰ ਅਖੰਡ ਪਾਠੀਆਂ ਵਿੱਚ ਗੁਰਮਤਾ ਕਰਨ ਨਿਮਿਤ ਦੱਸੀ ਗਈ। ਉਹ ਅਖੰਡ ਪਾਠੀ ਨਾਮ ਦੱਸੇ ਬਿਨਾਂ ਹੀ ਬੋਲ ਉੱਠਿਆ ਕਿ ਇਹ ਅਵਿਗਿਆ ਸੱਚਮੁੱਚ ਮੈਥੋਂ ਹੀ ਹੋਈ ਸੀ ਅਤੇ ਅਣਜਾਣੇ ਹੀ ਹੋ ਗਈ ਸੀ। ਮੈਨੂੰ ਬੀਰਜ ਪਾਤ ਹੋਣ ਦਾ ਕੋਈ ਵੀ ਪਤਾ ਨਹੀਂ ਸੀ। ਪਿੱਛੋਂ ਇਸ਼ਨਾਨ ਸਮੇਂ ਕਛਹਿਰਾ ਪਲੀਤ ਹੋਇਆ ਦੇਖਣ ਪਰ ਪਤਾ ਲੱਗਾ ਅਤੇ ਬੜਾ ਹੀ ਪਛਤਾਤਾਪ ਹੋਇਆ। ਮੁੱਕਦੀ ਗੱਲ, ਉਸ ਸਿੰਘ ਨੂੰ ਯਥਾਯੋਗ ਦੰਡ ਤਨਖਾਹ ਲਾਈ ਗਈ ਅਤੇ ਅੱਗੇ ਨੂੰ ਸਭ ਤਾਈਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਗਿਆ। ਦੂਜੇ ਦਮੜੇ ਦੇਗਚੀ ਕੱਢ ਕੇ ਫੇਰ ਅਖੰਡ ਪਾਠ ਆਰੰਭ ਕਰ ਦਿੱਤਾ ਅਤੇ ਪੂਰਨ ਸੰਕੋਚਤਾ ਸਹਿਤ ਯੱਗ ਨਿਰਵਿਘਨ ਸੰਪੂਰਨ ਹੋਇਆ ਅਤੇ ਪ੍ਰਥਮ ਨੇਮੇ ਨਿਯਮ ਅਨੁਸਾਰ ਪ੍ਰੇਤ ਨਿਮਿਤ ਆਲੇ ਵਿੱਚ ਰੱਖਿਆ ਕੜਾ ਪ੍ਰਸ਼ਾਦ ਵੀ ਜਦੋਂ ਪਰਤ ਕੇ ਦੇਖਿਆ ਗਿਆ ਤਾਂ ਉਹ ਬਾਟੇ ਵਿੱਚ ਹੈ ਨਹੀਂ ਸੀ, ਲੇਖੇ ਲੱਗ ਚੁੱਕਾ ਸੀ। ਸਭ ਨੂੰ ਪ੍ਰਤੀਤ ਨਿਸ਼ਚੇ ਹੋ ਗਿਆ ਕਿ ਪ੍ਰੇਤ ਦੀ ਪ੍ਰੇਤ ਜੂਨੀ ਵਿੱਚੋਂ ਬੰਦ ਖਲਾਸੀ ਹੋਈ। ਇਹ ਉਪਕਾਰ ਕਰਕੇ ਖਾਲਸਾ ਜੀ ਨੇ ਦੂਜੇ ਦਿਨ ਉੱਥੋਂ ਅਗਾਹਾਂ ਪਿਆਨੇ ਕੀਤੇ। ਸਾਰ ਸਿੱਟਾ, ਇਸ ਸੱਚ ਸਚੀਤੀ ਪ੍ਰਤੱਖ ਬੀਤੀ ਉਦਾਹਰਣ ਤੋਂ ਇੱਕ ਗੱਲ ਤਾਂ ਇਹ ਨਿਸ਼ਚਿਤ ਹੋਈ ਕਿ ਉੱਪਰਲੇ ਗੁਰ ਪ੍ਰਮਾਣ ਦੇ ਭਾਵ ਅਨੁਸਾਰ ਅੰਤਕਾਲ ਮੰਦਰ ਦੀ ਚਿੰਤਾ ਵਿੱਚ ਮਰਨ ਵਾਲਿਆਂ ਨੂੰ ਜ਼ਰੂਰ ਪ੍ਰੇਤ ਜੂਨੀ ਮਿਲਦੀ ਹੈ। ਦੂਜੇ ਪ੍ਰੇਤ ਜੂਨੀ ਦਾ ਪ੍ਰਤੱਖ ਕਲਬੂਤ ਵੀ ਦੇਖਿਆ ਗਿਆ। ਨਿਰਾ ਵਹਿਮ ਹੀ ਨਹੀਂ ਰਹਿ ਗਿਆ ਕਿ ਪ੍ਰੇਤ ਹੁੰਦੇ ਵੀ ਹਨ ਕਿ ਨਹੀਂ। ਤੀਜੇ ਇਹ ਸਾਬਤ ਹੋ ਗਿਆ ਕਿ ਪ੍ਰੇਤਾਂ ਨੂੰ ਪ੍ਰੇਤ ਜੂਨ ਵਿੱਚੋਂ ਖਲਾਸ ਕਰਨ ਲਈ ਨਾਮ ਗੁਰਬਾਣੀ ਦੀ ਸੱਚੀ ਔਖਦੀ ਠੀਕ ਬੈਠਦੀ ਹੈ। ਉੱਪਰਲੇ ਗੁਰਵਾਕ ਵਿੱਚ ਚੌਥਾ ਅੰਕ ਇਹ ਦੱਸਦਾ ਹੈ ਕਿ ਅੰਤਕਾਲ ਜਿਹੜੇ ਨਾਰਾਇਣ ਵਾਹਿਗੁਰੂ ਨੂੰ ਸਿਮਰਦੇ ਹਨ ਅਤੇ ਸਿਮਰਦੇ ਹੋਏ ਹੀ ਸਿਮਰਨ ਚਿਤਵਨੀ ਵਿੱਚ ਹੀ ਉਹਨਾਂ ਦੇ ਸਵਾਸ ਪੂਰੇ ਹੋ ਜਾਂਦੇ ਹਨ, ਉਹਨਾਂ ਦੀ ਨਿਰਸੰਦੇਹ ਕਲਿਆਣ ਹੋ ਜਾਂਦੀ ਹੈ ਅਤੇ ਸਿੱਧੇ ਹੀ ਉਹ ਪਰਮੇਸ਼ਰ ਪਾਰ ਬ੍ਰਹਮ ਦੇ ਦੁਆਰੇ ਨੂੰ ਜਾ ਪਧਾਰਦੇ ਹਨ। ਰਾਹ ਵਿੱਚ ਕੋਈ ਰੋਕ ਟੋਕ ਨਹੀਂ ਹੁੰਦੀ। ਆਵਾਗਮਨ ਦਾ ਅਸੂਲ ਪਰਪੱਕ ਹੈ।
ਜੰਮਣ ਮਰਨ ਦਾ ਤੋਰਾ ਤੁਰਿਆ ਹੀ ਰਹਿੰਦਾ ਹੈ। ਜੀਵ ਨਾਨਾ ਪ੍ਰਕਾਰ ਦੀਆਂ ਜੂਨਾਂ ਵਿੱਚ ਵੱਟ ਕੇ ਪੈਂਦਾ ਹੈ, ਪਰ ਗੁਰਮਤਿ ਨਾਮ ਅਭਿਆਸੀਆਂ ਹਰ ਚਰਨ ਸ਼ਰਨ ਨਿਵਾਸੀਆਂ ਦਾ ਜਨਮ ਮਰਨ, ਮੁੜ ਜੰਮਣ ਮਰਨ, ਜੂਨੀਆਂ ਵਿੱਚ ਪੈ ਕੇ ਮਰਨਾ ਸਭ ਮਿਟ ਜਾਂਦਾ ਹੈ। ਯਥਾ ਗੁਰਵਾਕ ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨਾ, ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨਾ, ਕਰ ਸਦਾ ਮੱਜਨ ਗੋਬਿੰਦ ਸੱਜਣ ਦੁਖ ਅੰਧੇਰਾ ਨਾਸੇ, ਜਨਮ ਮਰਨ ਨਾ ਹੋਏ ਤਿਸ ਕੋ ਕੱਟੈ ਜਮ ਕੇ ਫਾਸੇ। ਬਿਹਾਗੜਾ ਮਹਲਾ ਪੰਜਵਾਂ। ਭਾਵ ਜਨਮ ਮਰਨ ਹੋਰਨਾਂ ਨੂੰ ਹੈ, ਪਰ ਹਰ ਚਰਨ ਸਰੋਵਰ ਨਿਵਾਸੀਆਂ ਹਰ ਸਰ ਮਜਨਾਸੀਆਂ ਨੂੰ ਨਹੀਂ। ਉਸ ਦੇ ਤਾਂ ਸਾਰੇ ਕਿਲ ਵਿਖ ਨਾਸ ਹੋ ਜਾਂਦੇ ਹਨ। ਜਿਸ ਦਾ ਨਾਮ ਅਭਿਆਸ ਦੇ ਪਾਰਸ ਪ੍ਰਭਾਵ ਕਰ ਚਰਨ ਸ਼ਰਨ ਨਿਵਾਸ ਹੋ ਗਿਆ, ਜੋ ਨਾਮ ਅਭਿਆਸੀ ਹਰ ਸਰੋਵਰੀ ਤਾਰੀਆਂ ਲਾਉਣ ਲੱਗ ਪਿਆ, ਉਹ ਭਵ ਸਾਗਰ ਤੋਂ ਪਾਰ ਪਿਆ ਅਤੇ ਆਵਾਗਮਨ ਦੇ ਝਮੇਲੇ ਨੂੰ ਵੀ ਉਸਨੇ ਮੁਕਾ ਦਿੱਤਾ। ਫਿਰ ਉਸ ਦਾ ਨਾ ਜੰਮਣਾ, ਨਾ ਮਰਨਾ, ਨਾ ਜੂਨਾਂ ਵਿੱਚ ਪੈਣਾ ਹੁੰਦਾ ਹੈ। ਪਾਪਗ੍ਰਸਤ ਲੋਕੀ ਜਾਣਦੇ ਵੀ ਹਨ ਕਿ ਪਾਪ ਕਰਮਾਂ ਦਾ ਫਲ ਮਾੜਾ ਹੈ। ਉਹ ਆਪਣੇ ਇਸ ਮੂੜਪਣ ਨੂੰ ਲੁਕਾਉਣ ਲਈ ਅਨੇਕ ਪ੍ਰਕਾਰ ਦੇ ਬਲ ਛਲ ਕਰਦੇ ਹਨ, ਪਰ ਪਾਪ ਕਮਾਣਾ ਸਰ ਪਰ ਉਗੜ ਹੀ ਆਉਂਦਾ ਹੈ, ਜੈਸਾ ਕਿ ਅਗਲੇਰਾ ਗੁਰਵਾਕ ਦੱਸਦਾ ਹੈ। ਤੂੰ ਵਲ ਵੰਚ ਲੂਕ ਕਰੈ ਸਭ ਜਾਣੈ ਜਾਣੀ ਰਾਮ, ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ ਰਾਮ, ਕਿਰਤ ਕਮਾਣੇ ਦੁਖ ਸੌ ਪ੍ਰਾਣੀ, ਅਨਿਕ ਜੋਨ ਭਰਮਾਇਆ ਮਹਾ ਮੋਹਨੀ ਸੰਗ ਰਾਤਾ, ਰਤਨ ਜਨਮ ਗਵਾਇਆ, ਇਕਸ ਹਰ ਕੇ ਨਾਮ ਬਾਝੋਂ ਆਨ ਕਾਜ ਸਿਆਣੀ, ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਭਾਣੀ। ਬੀਚ ਨਾ ਕੋਏ ਕਰੇ ਅਕਿਰਤ ਘਣ ਵਿਛੁੜ ਪਿਆ, ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ, ਪਕੜੇ ਚਲਾਇਆ ਆਪਣਾ ਕਮਾਇਆ, ਮਹਾ ਮੋਹਨੀ ਰਾਤਿਆ, ਗੁਣ ਗੋਵਿੰਦ ਗੁਰਮੁਖ ਨ ਜਪਿਆ, ਤਪਤ ਥੰਮ ਗਲ ਲਾਤਿਆ, ਕਾਮ ਕ੍ਰੋਧ ਅਹੰਕਾਰ ਮੂਠਾ, ਖੋਏ ਗਿਆਨ ਪਛਤਾਪਿਆ, ਬਿਨਵੰਤ ਨਾਨਕ ਸੰਜੋਗ ਭੂਲਾ, ਹਰ ਜਾਪ ਰਸਨ ਨਾ ਜਾਪਿਆ। ਬਿਹਾਗੜਾ ਮਹਲਾ ਪੰਜਵਾਂ। ਕੈਸਾ ਇਬਰਤਨਾਕ ਦ੍ਰਿਸ਼ ਦਰਸਾਇਆ ਗਿਆ ਹੈ ਇਸ ਗੁਰਵਾਕ ਅੰਦਰ। ਪਾਪੀ ਜਿਉੜੇ ਆਪਣੇ ਜਾਣੇ ਲੁਕ ਛਿਪ ਕੇ ਅਤੇ ਵਲ ਛਲ ਕਰਕੇ ਪਾਪ ਕਰਮ ਕਮਾਉਂਦੇ ਹਨ, ਪਰ ਪਾਪ ਕਰਮ ਕੀਤਾ ਲੁਕਦਾ ਨਹੀਂ, ਕਿਉਂਕਿ ਵਾਹਿਗੁਰੂ ਅੰਤਰਯਾਮੀ ਸਭ ਕੁਝ ਜਾਣਦਾ ਹੈ। ਸਰਬ ਵਿਆਪੀ ਹੋਣ ਕਰਕੇ ਸਾਰੀਆਂ ਲੁਕੀਆਂ ਛਿਪੀਆਂ ਕੱਛਾਂ ਕੂਨਾਂ ਵਿਖੇ ਵੀ ਹਾਜ਼ਰ ਨਾਜ਼ਰ ਹੈ। ਲੁਕਵੇਂ ਪਾਪ ਕਮਾਤਿਆਂ ਨੂੰ ਵੀ ਦੇਖਣ ਹਾਰ ਹੈ। ਕਮਾਤੇ ਪਾਪਾਂ ਦਾ ਲੇਖਾ ਅੱਗੇ ਜਾ ਕੇ ਧਰਮ ਰਾਏ ਦੀ ਕਚਹਿਰੀ ਵਿੱਚ ਜ਼ਰੂਰ ਦੇਣਾ ਪਊ। ਮਤ ਕੋਈ ਜਾਣੇ ਕਿ ਲੂਕ ਕਮਾਣੇ ਪਾਪ ਅੱਗੇ ਜਾ ਕੇ ਵੀ ਗੁੱਝੇ ਰਹਿਣਗੇ। ਉਹ ਤਾਂ ਧਰਮ ਰਾਜ ਦੇ ਹਰ ਜੀਵ ਨਾਲ ਛੱਡੇ ਹੋਏ ਮੁਨਸ਼ੀ ਚਿੱਤਰਗੁਪਤ ਹਰ ਦਮ ਕੀਤੇ ਕਰਮਾਂ ਦੀ ਸ਼ਹਾਦਤ ਦਰਜ ਕਰਦੇ ਰਹਿੰਦੇ ਹਨ। ਅਗਾਹਾਂ ਜਾ ਕੇ ਜਦੋਂ ਧਰਮ ਰਾਏ ਅੱਗੇ ਲੇਖਾ ਹੁੰਦਾ ਹੈ ਵਲਵੰਚੀ ਕਰਮਾਂ ਦਾ, ਤਾਂ ਜੀਵ ਤਿਲ ਕਹਾਣੀ ਵਾਂਗੂ ਪੀੜਿਆ ਜਾਂਦਾ ਹੈ। ਆਪਣੀਆਂ ਕੀਤੀਆਂ ਕਰਤੂਤਾਂ ਦੀਆਂ ਸਜ਼ਾਵਾਂ ਦਾ ਦੁੱਖ ਸਹਿਣਾ ਪੈਂਦਾ ਹੈ। ਨਰਕ ਵਿੱਚ ਤਿਲ ਕਹਾਣੀ ਪੀੜੇ ਜਾਣ ਦੀਆਂ ਸਜ਼ਾਵਾਂ ਭੁਗਤ ਕੇ ਫੇਰ ਪਾਪੀ ਜੀਵ ਅਨੇਕ ਜੂਨਾਂ ਵਿੱਚ ਫਿਰਾਇਆ ਭਰਮਾਇਆ ਜਾਂਦਾ ਹੈ। ਓਹੋ, ਕੈਸੀ ਤਰਸਯੋਗ ਦਸ਼ਾ ਹੈ। ਮਨੁੱਖਾ ਜਨਮ ਜੈਸਾ ਰਤਨ ਜਨਮ ਪਾ ਕੇ ਐਵੇਂ ਅਜਾਈਂ ਹੀ ਗਵਾਇਆ। ਮਹਾ ਮੋਹਨੀ ਮਾਇਆ ਛਲਣੀ ਦੇ ਰਸਾਂ ਕਸਾਂ ਵਿੱਚ ਰਚ ਪਚ ਕੇ ਗਵਾ ਲਿਆ। ਹੋਰਨਾਂ ਧੰਦਿਆਂ ਵਿੱਚ ਹੀ ਖਚਤ ਹੋਇਆ ਰਿਹਾ। ਵਾਹਿਗੁਰੂ ਦੇ ਨਾਮ ਵੱਲ ਰੁਚੀ ਹੀ ਨਾ ਕੀਤੀ। ਸਹਿਜ ਸਿਆਣਫਾਂ ਵਿੱਚ ਖਪਤ ਹੋਇਆ ਰਿਹਾ। ਇੱਕ ਵਾਹਿਗੁਰੂ ਦੇ ਨਾਮ ਬਾਝੋਂ ਹੋਰ ਸਿਆਣਪਾਂ ਵਾਲੇ ਕਾਜ ਕਿਸੇ ਕੰਮ ਨਹੀਂ ਆਉਂਦੇ। ਸਭਨਾਂ ਦਾ ਲੇਖਾ ਹਿਸਾਬ ਅੱਗੇ ਜਾ ਕੇ ਮੰਗਿਆ ਜਾਂਦਾ ਹੈ। ਜਿਹੜੇ ਭਰਮ ਮੋਹ ਦੇ ਭਰਮਾਏ ਰਹੇ ਉਹ ਨਾਮ ਵੱਲੋਂ ਵੰਜਾਏ ਹੀ ਰਹੇ। ਉਹਨਾਂ ਦਾ ਅੱਗੇ ਜਾ ਕੇ ਇਹ ਹਾਲ ਹੋਣਾ ਹੀ ਸੀ। ਕਰਤਾਰ ਵਾਹਿਗੁਰੂ ਦਾ ਨਾਮ ਵਿਸਾਰਨ ਹਾਰੇ ਅਕਿਰਤ ਘਣ ਨਾ ਸ਼ੁਕਰੇ ਪੁਰਸ਼ਾਂ ਦਾ ਅੱਗੇ ਜਾ ਕੇ ਕੋਈ ਵੀ ਹਮਾਇਤੀ ਨਹੀਂ ਬਣਦਾ। ਕੋਈ ਵੀ ਵਿੱਚ ਪੈ ਕੇ ਸਿਫਾਰਿਸ਼ ਕਰਕੇ ਉਹਨਾਂ ਨੂੰ ਬਚਾਉਣ ਹਾਰਾ ਨਹੀਂ ਹੁੰਦਾ। ਜਦੋਂ ਧਰਮ ਰਾਏ ਦੇ ਅਤ ਕਠੋਰ ਜਮਦੂਤ ਜੀਵ ਨੂੰ ਆ ਗਲੋਂ ਫੜਦੇ ਹਨ, ਉੱਥੇ ਉਸ ਨੂੰ ਛੁਡਾਉਣ ਹਾਰਾ ਕੋਈ ਨਹੀਂ। ਬਸ ਆਪਣੇ ਕੀਤੇ ਕਮਾਤੇ ਪਾਪਾਂ ਦੀ ਸਜ਼ਾ ਭੁਗਤਣ ਲਈ ਧਰਮ ਰਾਏ ਦੀ ਦਰਗਾਹ ਵਿੱਚ ਫੜਿਆ ਹੋਇਆ ਬੰਧੂਆ ਬਣਾ ਕੇ ਲੈ ਜਾਇਆ ਜਾਂਦਾ ਹੈ। ਬਥੇਰੀ ਹਾਹਾਕਾਰ ਹਾਲ ਪੁਕਾਰ ਕਰਦਾ ਹੈ ਤੇ ਪਛਤਾਉਂਦਾ ਹੈ।
ਪਰ ਫੇਰ ਪਛਤਾਇਆ ਕੀ ਬਣਦਾ ਹੈ। ਜਦੋਂ ਸੰਭਲਣ ਦਾ ਵੇਲਾ ਸੀ ਉਦੋਂ ਤਾਂ ਸੰਭਲਿਆ ਨਾ। ਗੁਣ ਗੋਵਿੰਦ ਅਤੇ ਗੁਰਮੁਖ ਵਾਹਿਗੁਰੂ ਨਾਮ ਇੱਕ ਨਿਮਖ ਵੀ ਨਾ ਜਪਿਆ। ਮਹਾਮੋਹਨੀ ਰਤਿਆ ਸਹਤਿਆ ਪਾਪਾਂ ਵਿੱਚ ਖਚਤ ਰਿਹਾ। ਮਹਾਮੋਹਨੀ ਦੇ ਸਵਾਦ ਚੱਖਣ ਦੀ ਇਹ ਸਜ਼ਾ ਮਿਲੀ ਕਿ ਅੰਗਾਰਾਂ ਵਾਂਗੂ ਤਪਦੇ ਥੰਮਾਂ ਨਾਲ ਚਮੇੜਿਆ ਗਲਫੇੜਿਆ ਗਿਆ। ਕਾਮ ਕ੍ਰੋਧ ਹੰਕਾਰ ਦੇ ਮਤਿਆਂ ਨੂੰ ਇਹ ਸਜ਼ਾਵਾਂ ਮਿਲਣੀਆਂ ਹੀ ਸਨ। ਉਦੋਂ ਤਾਂ ਵਿਚਾਰ ਗਿਆਨ ਦਾ ਵੇਲਾ ਸੀ, ਸੋ ਖੋ ਬੈਠਾ। ਖੋਏ ਗਿਆਨ ਪਛੋਤਾਪ ਕਰਨਾ ਕੁਵੇਲੇ ਦਾ ਕੰਮ ਨਹੀਂ ਆਉਂਦਾ। ਕਿਰਤ ਸੰਜੋਗਾਂ ਦਾ ਭੁੱਲਿਆ ਹੋਇਆ ਪਾਪ ਰੱਤੇ ਕਰਮਾਂ ਵਿੱਚ ਹੀ ਖਚਤ ਰਿਹਾ। ਰਸਨਾ ਕਰਕੇ ਨਿਮਖ ਭਰ ਨਾਮ ਦਾ ਜਾਪ ਨਾ ਕੀਤਾ। ਗੁਰਮਤਿ ਨਾਮ ਦਾ ਜਾਪ ਹੀ ਬਚਾ ਸਕਦਾ ਸੀ, ਉਹ ਜਮਾ ਹੀ ਨਹੀਂ ਕਰਿਆ, ਬਿਲਕੁਲ ਹੀ ਨਹੀਂ ਕਰਿਆ। ਇਸ ਅੱਗੇ ਹੋਣ ਵਾਲੀ ਦੁਰਦਸ਼ਾ ਨੂੰ ਵਿਚਾਰ ਕੇ ਜੇ ਅਜੇ ਵੀ ਪਾਪ ਕਰਮਾਂ ਤੋਂ ਵੰਚਿਤ ਰਹਿਣ ਦੀ ਸੋਝੀ ਨਾ ਆਵੇ ਤਾਂ ਬੜੇ ਹੀ ਖੋਟੇ ਭਾਗ ਹਨ। ਇਹ ਗੁਰਵਾਕ ਦਰਸਾਇਆ ਅੱਗੇ ਵਰਤਣ ਵਾਲਾ ਪਾਪ ਸਜ਼ਾਈਆਂ ਵਾਲਾ ਝਾਕਾ ਇਨ ਬਿਨ ਸਚਾਵਾ ਖਾਕਾ ਖਿੱਚਿਆ ਗਿਆ ਹੈ। ਇਸ ਵਿੱਚ ਸੰਦੇਹ ਰੰਚਕ ਨਹੀਂ। ਮਨਮੋਨੀਆਂ ਦੇ ਮੋਹ ਖੁਆਰੀ ਬਿਭਚਾਰ ਵਿੱਚ ਖੀਨ ਖਰਾਬ ਹੋਣ ਵਾਲਿਆਂ ਨਾਲ ਇਹ ਉੱਪਰ ਦਰਸਾਈ ਕੁਪੱਤ ਜ਼ਰੂਰ ਹੋਵੇਗੀ। ਤਿਨਾਂ ਨੂੰ ਜ਼ਰੂਰ ਤਪਦੇ ਥੰਮਾਂ ਨਾਲ ਲਾਇਆ ਜਾਵੇਗਾ। ਜੋ ਪਰਤਰੈ ਰਮਣ ਦੇ ਸਵਾਦਾਂ ਵਿੱਚ ਆਪਣੀਆਂ ਛਾਤੀਆਂ ਅਤੇ ਗਲ ਜਫਕੜੀਆਂ ਨੂੰ ਕਲੰਕਿਤ ਕਰਦੇ ਹਨ ਅਤੇ ਲੁਕ ਛਿਪ ਕੇ ਬਿਭਚਾਰ ਕਰਨ ਵਿੱਚ ਖਚਤ ਪ੍ਰਵਿਰਤ ਹੁੰਦੇ ਹਨ, ਉਹਨਾਂ ਦੀ ਅੱਗੇ ਜਾ ਕੇ ਉੱਪਰ ਦਰਸਾਈ ਖੁਆਰੀ ਜ਼ਰੂਰ ਹੋਵੇਗੀ। ਜਿਨ੍ਹਾਂ ਅਭਾਗਿਆਂ ਨੂੰ ਉੱਪਰਲਾ ਹਵਾਲ ਪੜ੍ਹ ਕੇ ਇਬਰਤ ਨਹੀਂ ਆਈ, ਉਹਨਾਂ ਦਾ ਕੀ ਠਿਕਾਣਾ ਹੈ? ਕੋਈ ਨਹੀਂ। ਨਾਮ ਮਹਾਰਸ ਦੇ ਅੰਮ੍ਰਿਤਾ ਸਵਾਦ ਛੱਡ ਕੇ ਬਿਖੇ ਰਸ ਭੋਗਾਂ ਦੇ ਸਵਾਦਾਂ ਵਿੱਚ ਪੈਣ ਵਾਲਿਆਂ ਨੂੰ ਇਹ ਸਜ਼ਾਈ ਜ਼ਰੂਰ ਮਿਲਣਗੀਆਂ। ਮਤ ਕੋਈ ਭੁਲੇਖੇ ਵਿੱਚ ਰਹੇ ਕਿ ਇਹ ਐਵੇਂ ਹੀ ਡਰਾਉਣ ਵਾਲੀਆਂ ਗੱਲਾਂ ਲਿਖੀਆਂ ਹਨ। ਗੁਰੂ ਸਾਹਿਬ ਨੇ ਜੋ ਕੁਝ ਲਿਖਿਆ ਹੈ ਸੋ ਸਭ ਸਤ ਸਤ ਹੈ, ਵਰਤ ਕੇ ਰਹੇਗਾ, ਆਲਾ ਨਹੀਂ ਜਾਣਾ। ਅਗਲਾ ਗੁਰਵਾਕ ਬਿਭਚਾਰੀਆਂ ਪਰਤ੍ਰੈਗਾਮੀਆਂ ਪੁਰਸ਼ਾਂ ਦੇ ਖੂਬ ਬਣਾ ਕੇ ਕੰਨ ਖੋਲਦਾ ਹੈ। ਯਥਾ ਦੇ ਕਿਵਾੜ ਅਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਸੋਰਠ ਮਹੱਲਾ ਪੰਜਵਾਂ। ਭਾਵ ਪਰ ਇਸਤਰੀ ਗਾਮੀ ਪੁਰਸ਼ ਜਾਂ ਪਰ ਪੁਰਸ਼ ਨਾਲ ਝੱਕ ਮਾਰਨ ਵਾਲੀਆਂ ਇਸਤਰੀਆਂ ਆਪਣੇ ਪਾਪ ਕਰਮ ਨੂੰ ਢੱਕਣ, ਲੋਕਾਂ ਪਾਸੋਂ ਛੁਪਾਉਣ ਲਈ ਵਿਵਰਜਿਤ ਬਿਭਚਾਰ ਕਰਮ ਕਰਨ ਖਾਤਰ ਅੰਦਰੋਂ ਕਿਵਾੜ ਬੂਹੇ ਮਾਰਦੇ ਬੰਦ ਕਰਦੇ ਹਨ ਅਤੇ ਹੋਰ ਵੀ ਅਨੇਕ ਪ੍ਰਕਾਰ ਦੀਆਂ ਪਰਦਾ ਪੋਸ਼ੀਆਂ ਕਰਦੇ ਹਨ। ਪਰ ਅੱਗੇ ਜਾ ਕੇ ਜਦੋਂ ਧਰਮ ਰਾਏ ਦੇ ਦਰਬਾਰ ਵਿੱਚ ਚਿੱਤਰਗੁਪਤ ਖੁਦ ਆਪਣੀ ਡਿੱਠੀ ਗਵਾਹੀ ਦੇਣਗੇ ਬਿਭਚਾਰ ਕਰਮ ਦੀ, ਤਾਂ ਉੱਥੇ ਪਰਦਾ ਉਗੜ ਜਾਣਾ ਹੈ, ਢਕਿਆ ਨਹੀਂ ਰਹਿਣਾ। ਕਿਉਂਕਿ ਭਾਵੇਂ ਲੱਖਾਂ ਪਰਦਿਆਂ ਵਿੱਚ ਪਾਪ ਕਮਾਏ ਜਾਣ, ਗੁੱਝਾ ਨਹੀਂ ਰਹਿਣਾ। ਚਿੱਤਰਗੁਪਤ ਹਰ ਦਮ ਹਰ ਜਗ੍ਹਾ ਸਾਥ ਰਹਿੰਦੇ ਹਨ। ਹੋਰ ਤਾਂ ਹੋਰ ਘਟ ਘਟ ਦਾ ਅੰਤਰਜਾਮੀ ਹਨੇਰੇ ਚਾਨਣੇ ਹਰ ਥਾਂ ਮੌਜੂਦ ਹੈ ਤੇ ਅੰਤਰ ਬਾਹਰ ਦੀ ਗਤ ਜਾਣਨਹਾਰ ਹੈ। ਉਸ ਪਾਸੋਂ ਕੋਈ ਕੀਤਾ ਕਰਮ ਕਿਸੇ ਪ੍ਰਾਣੀ ਦਾ ਛੁਪਿਆ ਨਹੀਂ ਰਹਿੰਦਾ, ਚਾਹੇ ਕੋਈ ਧਰਤੀ ਵਿੱਚ ਬਹਿ ਕੇ ਪਤਾਲ ਵਿੱਚ ਉਤਰ ਕੇ ਕਰਮ ਕਮਾਵੇ। ਪਰਤ੍ਰੈਗਾਮੀਆਂ ਨੂੰ ਅਤੇ ਪਰਪੁਰਸ਼ ਰਮਨੀਆਂ ਨੂੰ ਜੇਕਰ ਇਸ ਉੱਪਰਲੇ ਵਾਕ ਦੀ ਦੱਸੀ ਹਕੀਕਤ ਮਨ ਬਚ ਕਰਮ ਕਰਕੇ ਜ਼ਹਿਨ ਨਸ਼ੀਨ ਹੋ ਜਾਵੇ ਤਾਂ ਪਾਪ ਕਰਮ ਕੋਈ ਨਾ ਕਰੇ। ਜੇ ਗੁਰੂ ਕੇ ਸਿੱਖਾਂ ਨੂੰ ਇਸ ਗੁਰਵਾਕ ਦੀ ਸੱਚਾਈ ਤੇ ਪੱਕਾ ਯਕੀਨ ਦ੍ਰਿੜ ਹੋ ਜਾਵੇ ਤਾਂ ਕੋਈ ਵੀ ਪਤਿਤ ਨਾ ਹੋਣਾ ਪਾਵੇ। ਸਮੂਹ ਗੁਰਸਿੱਖਾਂ ਪ੍ਰਤੀ ਨਿਸ਼ਚਿਤ ਰਹੇ ਕਿ ਉੱਪਰਲੇ ਗੁਰ ਪ੍ਰਮਾਣ ਦੀ ਸੱਚਾਈ ਦੀ ਰੋਸ਼ਨੀ ਅੰਦਰ ਦਸਾਈ ਚਿੱਤਰਗੁਪਤ ਦੀ ਹੋਂਦ ਸਹੀ ਅਤੇ ਸੱਚ ਹਕੀਕਤ ਹੈ। ਪਾਤਕਾਂ ਪਤਿਤ ਕਰਮੀਆਂ ਦਾ ਪਿਛਲਾ ਲੇਖਾ ਤਦੇ ਮੁੱਕਦਾ ਹੈ ਜੇਕਰ ਨਾਮ ਦੀ ਪੂੰਜੀ ਗੁਰਮੁਖਾਂ ਪੰਜ ਪਿਆਰਿਆਂ ਦੇ ਪੁੰਜ ਸੰਤਾਂ ਪਾਸੋਂ ਗੁਰੂ ਸਾਹਿਬ ਦੇ ਤਾਬਿਆ ਮਿਲਣ ਪਛਾਤ ਉਹ ਪਤਿਤ ਕਰਮੀ ਫੇਰ ਪਤਿਤ ਕਰਮ ਨਾ ਕਮਾਉਣ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈਗੋ ਜੋ ਫਾਟਿਓ ਸਗਲੋ ਲੇਖਾ। ਸੋਰਠ ਮਹੱਲਾ ਪੰਜਵਾਂ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸਤਿਗੁਰ ਕੇ ਜਨਮ ਗਮਨ ਮਿਟਾਵਣ ਪਰ ਅਰਥਾਤ ਅੰਮ੍ਰਿਤ ਪਾਨ ਕਰਕੇ ਸਿੰਘ ਖਾਲਸਾ ਸੱਜਣ ਪਰ ਗੁਰ ਦੀਖਿਆ ਗੁਰ ਮੰਤਰ ਮਿਲਣ ਸਾਰ ਅਤੇ ਅੰਮ੍ਰਿਤ ਦੀਆਂ ਘੁੱਟਾਂ
ਘਟ ਅੰਦਰ ਜਾਣ ਸਾਰ ਸਾਰੇ ਪੂਰਬਲੇ ਕੀਤੇ ਕਮਾਤੇ ਪਾਪ ਕਰਮ ਦਗਦ ਹੋ ਜਾਂਦੇ ਹਨ। ਪਰ ਇਹਨਾਂ ਪਾਪ ਕਰਮਾਂ ਤੋਂ ਬਚਣ ਲਈ, ਪਾਪ ਵਿਭਚਾਰ ਤੋਂ ਅੱਗੇ ਨੂੰ ਬਚਣ ਲਈ ਸਵਾਸ ਨਾਮ ਦੇ ਅਭਿਆਸ ਦੀ ਕਮਾਈ ਕਰੀ ਜਾਣੀ ਅਵਸ਼ ਜ਼ਰੂਰੀ ਅਤੇ ਲਾਜ਼ਮੀ ਹੈ। ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਨਾਮ ਤੋਂ ਅਵੇਸਲੇ ਹੋਇਆਂ ਪੰਜਾਂ ਦੂਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਦਾਓ ਕਦੇ ਨਾ ਕਦੇ ਚੱਲ ਹੀ ਜਾਂਦਾ ਹੈ ਅਤੇ ਮਨੂਆ ਡੋਲ ਜਾਂਦਾ ਹੈ। ਮਨ ਤਾਂ ਇਹਨਾਂ ਪੰਜਾਂ ਦਾ ਹੀ ਪੁੰਜ ਹੈ। ਮਨ ਅਮੋੜ ਹੈ। ਮਦ ਮਤੇ ਹਾਥੀ ਮੈਗਲ ਵਾਂਗੂ ਇਸ ਦੇ ਉੱਪਰ ਨਾਮ ਦਾ ਅੰਕਸ ਪੈਂਦਾ ਹੀ ਰਹੇ, ਤਦੇ ਹੀ ਸੂਤ ਰਹਿੰਦਾ ਹੈ। ਹਾਂ, ਨਾਮ ਅਭਿਆਸੀ ਦੀ ਅਭਿਆਸ ਕਮਾਈ ਜਦ ਇਸ ਟੀਸੀ ਤਾਈਂ ਪੁੱਜ ਜਾਂਦੀ ਹੈ ਕਿ ਘਟ ਅੰਤਰ ਹੀ ਜੋਤ ਪ੍ਰਕਾਸ਼ ਹੋ ਕੇ ਪਰਮਾਤਮਾ ਪ੍ਰਤੱਖ ਨਜ਼ਰੀ ਆਉਣ ਲੱਗ ਜਾਂਦਾ ਹੈ, ਇਸ ਅਵਸਥਾ ਵਿਖੇ ਕੋਈ ਪਾਪ ਕਰਮ ਹੋਣਾ ਹੀ ਨਹੀਂ ਪਾਉਂਦਾ। ਮਨ ਦੀ ਦਸ਼ਾ ਹੀ ਅਫੁਰ ਹੋ ਜਾਂਦੀ ਹੈ। ਕਾਮ ਵਾਸ਼ਨਾ ਮਈ ਕੋਈ ਫੁਰਨਾ ਹੀ ਨਹੀਂ ਫੁਰਦਾ। ਮੋਹ ਮਦ ਦੇ ਸੰਕਲਪ ਸਭ ਨਾਬੂਦ ਹੋ ਜਾਂਦੇ ਹਨ। ਪਰ ਇਸ ਦੇ ਪ੍ਰਾਪਤ ਹੋਣ ਤੀਕ ਕੇਵਲ ਉੱਪਰ ਲਿਖੇ ਸਾਰਖੇ ਗੁਰਵਾਕਾਂ ਦੀ ਟੇਕ ਹੀ ਸਿੱਖਾਂ ਨੂੰ ਬਿਭਚਾਰ ਪਤਿਤ ਕਰਮਾਂ ਤੋਂ ਬਚਾਏਗੀ। ਅਗਲਾ ਗੁਰਵਾਕ ਵੀ ਉੱਪਰਲੀ ਗੱਲ ਦੀ ਪ੍ਰੋੜਤਾ ਕਰਦਾ ਹੈ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜੈਤ ਸ੍ਰੀ ਮਹਲਾ ਚੌਥਾ। ਭਾਵ ਜਗਤ ਦੇ ਜੀਵਨ ਆਧਾਰ ਵਾਹਿਗੁਰੂ ਦੀ ਅਪਾਰ ਕਿਰਪਾ ਜਿਨ੍ਹਾਂ ਜਨਾਂ ਉੱਤੇ ਹੋ ਗਈ, ਤਿਨਾਂ ਜਨਾਂ ਨੇ ਵਾਹਿਗੁਰੂ ਅਤੇ ਵਾਹਿਗੁਰੂ ਨਾਮ ਨੂੰ ਆਪਣਿਆਂ ਹਿਰਦਿਆਂ ਅੰਦਰ ਦ੍ਰਿੜ ਕਰਕੇ ਵਸਾਇਆ ਹੈ। ਉਹ ਸਵਾਸ ਨਾਮ ਅਭਿਆਸ ਵਿੱਚ ਹੀ ਜੁਟੇ ਰਹਿੰਦੇ ਹਨ। ਹਰ ਦਮ ਨਾਮ ਲਿਵਤਾਰੀ ਹੀ ਰਹਿੰਦੇ ਹਨ। ਉਹਨਾਂ ਦੇ ਕਰਮਾਂ ਦੇ ਲੇਖਾਂ ਅਤੇ ਲੇਖਿਆਂ ਦੇ ਜੋ ਕਾਗਜ਼ ਵੀ ਸਨ, ਧਰਮ ਰਾਏ ਦੇ ਦਫ਼ਤਰ ਵਿੱਚ ਸਭ ਫਾੜੇ ਗਏ ਅਤੇ ਲੇਖਾ ਮੁੱਕ ਚੁੱਕ ਗਿਆ। ਕੁਛ ਬਾਕੀ ਨਹੀਂ ਰਹੀ। ਨਾਮ ਰਾਸੀਆਂ, ਅਭਿਆਸੀਆਂ, ਸ਼ਬਦ ਵਿਗਾਸੀਆਂ ਤੋਂ ਬਿਨਾਂ ਗਰੀਬ ਅਮੀਰ, ਕੀ ਰੰਕ ਕੀ ਰਾਜੇ, ਭਾਵੇਂ ਕਿਸੇ ਤਬਕੇ ਦੇ, ਕਿਸੇ ਸੁਸਾਇਟੀ ਦੇ ਆਦਮੀ ਹੋਣ, ਨਾਮੋ ਸਖਣੇ ਹੋਣ ਕਰਕੇ ਸਾਰਿਆਂ ਨੂੰ ਧਰਮ ਰਾਏ ਪਾਸ ਪਕੜ ਕੇ ਮੁਜਰਮ ਅਤੇ ਮੁਲਜ਼ਮ ਦੀ ਨਿਆਈ ਲਿਜਾਏ ਕੇ ਖੜਾ ਕੀਤਾ ਜਾਊ ਤੇ ਸਜ਼ਾ ਯਾਬ ਹੋਣਾ ਪਊ। ਯਥਾ ਗੁਰਵਾਕ। ਨਰਪਤ ਰਾਜੇ ਰੰਗ ਰਸ ਮਾਣੈ, ਬਿਨ ਨਾਵੈ ਪਕੜ ਖੜੇ ਸਭ ਕਲਘਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਘਾ। ਸੂਹੀ ਮਹਲਾ ਚੌਥਾ। ਭਾਵ ਇਹ ਜੋ ਰਾਜੇ ਨਰਾਂ ਦੇ ਪਤੀ ਮਾਲਕ ਸਦਾਉਂਦੇ ਹਨ ਅਤੇ ਰਸ ਕਸਾਂ ਵਿੱਚ ਖਚਤ ਹੋਣ ਦੀਆਂ ਰੰਗ ਰਲੀਆਂ ਮਾਣਦੇ ਹਨ ਅਤੇ ਸੰਸਾਰੀ ਰਾਜ ਮਦ ਦੇ ਰਸਾਂ ਦੇ ਮਦ ਵਿੱਚ ਮਸਤ ਹੋਣ ਕਰਕੇ ਪਰਮਾਰਥ ਵੱਲ ਪਾਸਾ ਹੀ ਨਹੀਂ ਪਰਤਦੇ, ਨਾਮਹੀਣ ਹੀ ਰਹਿੰਦੇ ਹਨ। ਇਹਨਾਂ ਸਾਰਿਆਂ ਨੂੰ ਬੋਧੀਓਂ ਫੜ ਕੇ ਜਮਦੂਤਾਂ ਰਾਹੀਂ ਧਰਮ ਰਾਏ ਦੇ ਦਰਬਾਰ ਵਿੱਚ ਲੈ ਜਾਇਆ ਜਾਵੇਗਾ, ਜਿੱਥੇ ਧਰਮ ਰਾਏ ਦੇ ਹੁਕਮ ਨਾਲ ਜਮ ਡੰਡਾ ਇਹਨਾਂ ਦੇ ਸਿਰ ਤੇ ਫਾੜ ਪਵੇਗਾ। ਫਿਰ ਇਹ ਪਛਤਾਉਣਗੇ ਜਦੋਂ ਇਹਨਾਂ ਦੇ ਹੱਥ ਅੱਗ ਭਖਦੇ ਫਾਲਿਆਂ ਨਾਲ ਫਾਲੇ ਜਾਣਗੇ ਅਤੇ ਭਖਦੇ ਫਾਲਿਆਂ ਦੇ ਘਾਓ ਨਾ ਮਿਟਣ ਵਾਲੇ ਦਾਗ ਇਹਨਾਂ ਦੇ ਹੱਥਾਂ ਤੇ ਪੈਣਗੇ। ਉਹਨਾਂ ਹੱਥਾਂ ਤੇ ਜਿਨ੍ਹਾਂ ਹੱਥਾਂ ਨਾਲ ਨਰਪਤ ਰਾਜੇ ਹੋਣ ਦੀ ਹੈਸੀਅਤ ਵਿੱਚ ਇਹਨਾਂ ਨੇ ਅਨਿਆਓ ਭਰੇ ਜ਼ੁਲਮੀ ਹੁਕਮਾਂ ਦੇ ਫੁਰਮਾਨ ਲਿਖੇ ਹੋਣਗੇ। ਰਾਜ ਮਦ ਵਾਲਿਆਂ ਤੋਂ ਰਾਜ ਮਦ ਕੀ ਕਰਮ ਨਹੀਂ ਕਰਾਉਂਦਾ ਅਤੇ ਇਹਨਾਂ ਦੇ ਹੱਥੋਂ ਕੀ ਕੁਧਰਮ ਅਨਿਆਉ ਦੇ ਕੁਲੇਖ ਕਾਲਖ ਦਾਗੀ ਕਾਗਜ਼ ਨਹੀਂ ਲਿਖਾਉਂਦਾ। ਇਸ ਦੁਨੀਆ ਵਿੱਚ ਹੀ 4 ਦਿਨ ਦੀਆਂ ਰਸ ਰੰਗੀਲੀਆਂ ਮਾਣਦੇ ਦਿਸਦੇ ਹਨ। ਅੱਗੇ ਚੱਲ ਕੇ ਇਹਨਾਂ ਦਾ ਜ਼ਰੂਰ ਹੀ ਉੱਪਰ ਦੱਸਿਆ ਹਾਲ ਹੋਵੇਗਾ। ਪਰ ਜਿਨ੍ਹਾਂ ਨੂੰ ਨਾਮ ਰੂਪੀ ਹੁੰਡੀ ਦਾ ਪਰਵਾਨਾ ਧੁਰ ਗੁਰ ਪਰਮੇਸ਼ਰ ਦੀ ਦਰਗਾਹੋਂ ਮਿਲ ਗਿਆ, ਤਿਨਾਂ ਦੇ ਧਰਮ ਰਾਏ ਦੇ ਸਭ ਦਫ਼ਤਰੀ ਲੇਖੇ ਮਿਟ ਗਏ। ਯਥਾ ਗੁਰਵਾਕ। 72 ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ। ਸੂਹੀ ਬਾਣੀ ਭਗਤ ਕਬੀਰ ਜੀ। ਭਾਵ ਵਾਹਿਗੁਰੂ ਨਾਮ ਦੀ ਪਾਰਸ ਅਭਿਆਸੀ ਸੁਕ੍ਰਿਤ ਕਮਾਈ ਦੇ ਪ੍ਰਤਾਪ ਰਸਾਇਣੀ ਪ੍ਰਭਾਵ ਕਰ ਜਿਸ ਜਨ ਦੇ ਦੇਹੀ ਰੂਪੀ ਘਰ ਦੀਆਂ 72,000 ਨਾੜੀ ਰੂਪੀ ਕੋਠੜੀਆਂ ਵਿਖੇ, ਅਰਥਾਤ ਜਿਸ ਜਨ ਦੇ ਰਗ ਰੇਸ਼ੇ ਅੰਦਰ ਵਾਹਿਗੁਰੂ ਜੋਤੀ ਸਰੂਪ ਦੀ ਜੋਤ ਪ੍ਰਕਾਸ਼ ਹੋ ਗਈ ਅਤੇ ਵਾਹਿਗੁਰੂ ਹੀ ਵਾਹਿਗੁਰੂ ਰੋਮ ਰੋਮ ਅੰਦਰ ਨਾੜ ਅੰਦਰ ਸਮਾ ਗਿਆ,
ਉਸ ਜਨ ਤੋਂ ਫੇਰ ਮਨੁੱਖਾ ਦੇਹੀ ਅੰਦਰ ਕੋਈ ਪਾਪ ਕੁਕਰਮ ਸਰਜ਼ਦ ਨਹੀਂ ਹੁੰਦਾ। ਤਿਸ ਪਾਪਾਂ ਤੋਂ ਪਾਕ ਦੇਹੀ ਵਾਲੇ ਨਾਮ ਜੋਤ ਪ੍ਰਕਾਸ਼ੀ ਰੰਗਾਂ ਵਿੱਚ ਚਲਾਣਾ ਪਰਲੋਕ ਪਿਆਨਾ ਕਰਨ ਵਾਲੇ ਜਨ ਦੇ ਹੱਕ ਵਿੱਚ ਪਰਮ ਪੁਰਖ ਵਾਹਿਗੁਰੂ ਪਹਿਲਾਂ ਹੀ ਨਾਮ ਰੂਪੀ ਹੁੰਡੀ ਅਖੁੱਟ ਮਲਕੀਅਤ ਦਾ ਪਰਵਾਨਾ ਪਟਾ ਲਿਖ ਦਿੰਦਾ ਹੈ, ਜਿਸ ਦੀ ਸਰਚ ਲਾਈਟ ਨਾਲ ਜਦੋਂ ਧਰਮ ਰਾਏ ਦਾ ਦਫ਼ਤਰ ਸੋਧਿਆ ਪੜਤਾਲਿਆ ਜਾਂਦਾ ਹੈ ਤਾਂ ਰਾਈ ਭਰ ਵੀ ਬਾਕੀ ਦੇਣੀ ਨਹੀਂ ਨਿਕਲਦੀ। ਕਰਮਾਂ ਦਾ ਹਿਸਾਬ ਸਭ ਨਿਬੜਿਆ ਹੀ ਨਿਕਲਦਾ ਹੈ। ਦੇਖੋ ਧਰਮ ਰਾਏ ਸੰਬੰਧੀ ਅਗਲਾ ਗੁਰਵਾਕ ਕੈਸਾ ਸਪਸ਼ਟ ਹੈ। ਯਥਾ ਗੁਰਵਾਕ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾ ਵਏ ਮਨੁ ਖਾਏ ਬਿਸਾਰ ਹਰ ਜਿਉ ਬਿਖੈ ਭੋਗੈ ਤਪਤ ਖਮ ਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਓ। ਮਾਰੂ ਮਹੱਲਾ ਪੰਜਵਾਂ। ਭਾਵ ਪਰਾਈ ਇਸਤਰੀ ਨਾਲ ਵਿਸ਼ੇ ਭੋਗ ਵਿਭਚਾਰ ਕਰਨ ਵਾਲਿਆਂ ਨੂੰ ਇਸ ਗੁਰਵਾਕ ਦੁਆਰਾ ਤਕੜੀ ਕੰਨ ਖੋਲਵੀਂ ਚਪੇੜ ਲਾਈ ਗਈ ਹੈ ਤੇ ਉਪਦੇਸ਼ਿਆ ਗਿਆ ਹੈ, ਹੇ ਅਮੋੜ ਨਰ, ਤੂੰ ਕਿਸ ਵਾਸਤੇ ਕਾਹਨੂੰ ਪਰ ਗ੍ਰਹਿ ਜਾਂਦਾ ਹੈ ਅਤੇ ਪਰ ਇਸਤਰੀ ਨਾਲ ਵਿਭਚਾਰ ਕਮਾਉਂਦਾ ਹੈ। ਆਪਣੇ ਜਾਣੇ ਇਸ ਕਰਕੇ ਬੇਖੌਫ ਹੋ ਕੇ ਇਹ ਵਿਸ਼ਾ ਪਰ ਗ੍ਰਹਿ ਜਾ ਕੇ ਪਰ ਤ੍ਰੈ ਰਮਣ ਵਾਲਾ ਭੋਗਦਾ ਹੈ ਕਿ ਕੋਈ ਦੇਖਦਾ ਥੋੜੋ ਹੈ। ਪਰ ਗੁਰੂ ਸਾਹਿਬ ਇਹ ਭਰਮ ਭੁਲਾਵਾ ਦੂਰ ਕਰਦੇ ਹਨ ਇਉਂ ਉਚਾਰ ਕੇ ਕਿ ਤੂੰ ਚੋਰੀਓਂ ਵਿਭਚਾਰ ਪਰ ਇਸਤਰੀ ਨਾਲ ਕਰਕੇ ਸਿਰਫ ਮਨੁੱਖਾਂ ਅਲਪਗ ਇਨਸਾਨਾਂ ਨੂੰ ਹੀ ਧੋਖਾ ਦੇ ਸਕਦਾ ਹੈ। ਅਲਪਗ ਇਨਸਾਨ ਤੋਂ ਹੀ ਇਸ ਪਾਪ ਦੀ ਚੋਰੀ ਰੱਖ ਸਕਦਾ ਹੈ। ਪਰ ਹੇ ਮੂੜ, ਉਸ ਵਾਹਿਗੁਰੂ ਕਰਤੇ ਪੁਰਖ ਅੰਤਰਯਾਮੀ ਤੋਂ ਤੂੰ ਕਿਵੇਂ ਚੋਰੀ ਰੱਖ ਸਕੇਂਗਾ ਜੋ ਹਰ ਥਾਂ ਅੰਦਰ ਬਾਹਰ ਗੁਪਤ ਥਾਵਾਂ ਤੇ ਵੀ ਗੁਪਤੋ ਗੁਪਤ ਵਿਆਪ ਰਿਹਾ ਹੈ ਅਤੇ ਤੈਨੂੰ ਪਾਪ ਕਮਾਉਂਦੇ ਨੂੰ ਦੇਖਦਾ ਹੈ। ਚਾਹੇ ਤੈਨੂੰ ਉਹ ਗੁਪਤ ਅਤੇ ਸਰਬ ਵਿਆਪਕ ਵਾਹਿਗੁਰੂ ਦਿਸਦਾ ਨਹੀਂ, ਪਰ ਉਹ ਤਾਂ ਤੈਨੂੰ ਦੇਖਦਾ ਹੈ। ਐਸੇ ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਵਿਸਾਰ ਕੇ ਤੂੰ ਕਾਮ ਚੇਸ਼ਟਾ ਦਾ ਗਸਿਆ ਹੋਇਆ ਪਰ ਤ੍ਰੈ ਰਮਤ ਵਿਸ਼ੇ ਭੋਗਦਾ ਹੈ। ਪਰ ਤੈਨੂੰ ਇਹ ਪਤਾ ਨਹੀਂ ਕਿ ਅੱਗੇ ਜਾ ਕੇ ਤੇਰੇ ਨਾਲ ਕੀ ਬੀਤਣੀ ਹੈ। ਸੋ ਗੁਰੂ ਸਾਹਿਬ ਦੱਸਦੇ ਹਨ ਕਿ ਅੱਗੇ ਜਾ ਕੇ ਤੱਤਿਆਂ ਅੰਗਿਆਰਾਂ ਵਾਂਗੂ ਭਖਦਿਆਂ ਥੰਮਾਂ ਨਾਲ ਤੇਰੇ ਜੱਫੇ ਪਵਾਏ ਜਾਣਗੇ। ਜਿਵੇਂ ਤੂੰ ਪਰਾਈਆਂ ਇਸਤਰੀਆਂ ਨੂੰ ਜੱਫੀਆਂ ਪਾ ਕੇ ਵਿਭਚਾਰ ਕਰਕੇ ਪਾਪ ਕਮਾਉਂਦਾ ਹੈ, ਤਿਵੇਂ ਹੀ ਇਹਨਾਂ ਦੇ ਬਦਲੇ ਤੈਨੂੰ ਸਜ਼ਾਵਾਂ ਇਹੋ ਜਿਹੀਆਂ ਹੀ ਅੱਗੇ ਜਾ ਕੇ ਭੁਗਤਣੀਆਂ ਪੈਣਗੀਆਂ, ਅਰਥਾਤ ਤੱਤਿਆਂ ਥੰਮਾਂ ਨਾਲ ਨਰੜ ਨਰੜ ਕੇ ਤੈਨੂੰ ਚਮੇੜਿਆ ਜਾਊ। ਇਉਂ ਮਤ ਖਿਆਲ ਕਰੀਂ ਕਿ ਤੇਰੇ ਗੋਝ ਪਾਪਾਂ ਨੂੰ ਕੋਈ ਦੇਖਣ ਹਾਰਾ ਨਹੀਂ। ਪਹਿਲਾਂ ਤਾਂ ਹਾਜ਼ਰਾ ਹਜ਼ੂਰ ਵਾਹਿਗੁਰੂ ਦੇਖਦਾ ਹੈ, ਗੁਪਤ ਤੋਂ ਗੁਪਤ ਥਾਂ ਵਿਖੇ ਦੇਖਣ ਹਾਰਾ ਹੈ। ਦੂਜੇ ਚਿੱਤਰ ਗੁਪਤ ਧਰਮ ਰਾਏ ਦੇ ਛੱਡੇ ਹੋਏ ਮੁਨਸ਼ੀ ਤੇਰੀ ਹਰੇਕ ਹਰਕਤ ਦੇ ਸ਼ਾਦੇ ਹਾਲ ਹਨ। ਉਹ ਤੇਰੇ ਕੀਤੇ ਕਰਮਾਂ ਦੀ ਉਗਾਹੀ ਦੇਣਗੇ, ਫੇਰ ਤੈਥੋਂ ਮੁਕਰਿਆ ਨਹੀਂ ਜਾਣਾ। ਹੇ ਕੁਚੀਲ ਕਾਮੀ ਪੁਰਸ਼, ਹੇ ਅਮੋੜ ਕਰਮਾਹੀਣ ਕਠੋਰ ਪੁਰਸ਼, ਹੇ ਗਧੇ, ਤੈਂ ਕਦੇ ਧਰਮ ਰਾਏ ਸੁਣਿਆ ਨਹੀਂ? ਜੇ ਨਹੀਂ ਸੁਣਿਆ ਤਾਂ ਅਸੀਂ ਤੈਨੂੰ ਸੁਣਾਉਂਦੇ ਹਾਂ ਕਿ ਧਰਮ ਰਾਏ ਜ਼ਰੂਰ ਹੈ ਅਤੇ ਪਾਪੀਆਂ ਦੇ ਕਰਮਾਂ ਦਾ ਹੱਥੋਂ ਹੱਥ ਸੱਚੋ ਸੱਚ ਨਿਬੇੜਾ ਕਰਨਹਾਰਾ ਪਰਮਾਤਮਾ ਨੇ ਖੁਦ ਇਸ ਕੰਮ ਲਈ ਥਾਪਿਆ ਹੈ। ਉਹ ਕਾਮੀਆਂ ਵਿਸ਼ੇ ਗ੍ਰਾਮੀਆਂ ਨੂੰ ਤੱਤਿਆਂ ਥੰਮਾਂ ਦੇ ਨਾਲ ਜਫੜੀਆਂ ਪਵਾ ਕੇ ਸਜ਼ਾਵਾਂ ਦਿੰਦਾ ਹੈ। ਤੈਨੂੰ ਅਗਲੀ ਗੱਲ ਦਾ ਪਤਾ ਇਉਂ ਕਰਾਉਂਦੇ ਹਾਂ ਕਿ ਅਵਸ਼ ਅੱਗੇ ਜਾ ਕੇ ਇਹ ਵਿਕਟ ਸਜ਼ਾਈ ਵਿਭਚਾਰ ਪਾਪ ਕਰਮਾਂ ਦੇ ਬਦਲੇ ਮਿਲਣਗੀਆਂ। ਤੈਨੂੰ ਦੱਸਦੇ ਹਾਂ ਕਿ ਕਾਹੇ ਪਰ ਗ੍ਰਹਿ ਜਾਏ, ਪਰਾਈ ਇਸਤਰੀ ਨਾਲ ਵਿਭਚਾਰ ਕਰਮ ਕਰਨੋਂ ਮੂਲੋਂ ਹੀ ਸੰਕੋਚ ਰੱਖ ਤਾਂ ਬਚੇਗਾ ਇਹਨਾਂ ਅਗਲੀਆਂ ਅਵਸ਼ ਮਿਲਣ ਵਾਲੀਆਂ ਘੋਰ ਸਜ਼ਾਵਾਂ ਤੋਂ। ਅਗਲਾ ਗੁਰਵਾਕ ਦੱਸਦਾ ਹੈ ਕਿ ਦਿਨਸ ਰਾਤ ਨਾਮ ਜਪਣ ਵਾਲਿਆਂ ਦਾ ਉਲਟਾ ਧਰਮ ਰਾਏ ਐਨ ਅਨੁਸਾਰੀ ਮੀਤ ਸਿਖਾਈ ਹੁੰਦਾ ਹੈ। ਯਥਾ ਗੁਰਵਾਕ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ, ਜੋ ਇੱਛਨ ਸੋ ਪਾਇੰਦੇ ਹਰ ਨਾਮ ਧਿਆਵੈ, ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਸੋ ਹਰ ਗੁਣ ਗਾਵੈ। ਧਰਮ ਰਾਏ ਤਿਨ ਕਾ ਮਿਤ ਹੈ, ਜਮ ਮਗ ਨ ਪਾਵੈ, ਹਰ ਨਾਮ ਧਿਆਵੈ ਦਿਨਸ ਰਾਤ, ਹਰ ਨਾਮ ਸਮਾਵੈ। ਵਾਰ ਮਾਰੂ ਮਹੱਲਾ ਤੀਜਾ। ਵਿਆਖਿਆ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੋਹਣੇ ਸੁਹਾਵੇ ਗੁਰਮੰਤਰ ਨਾਮ ਦੀ ਕਮਾਈ ਦੁਆਰਾ ਅੰਦਰ ਹਿਰਦਾ ਭਾਲਿਆ ਹੈ, ਖੋਜ ਢੰਡੋਲਿਆ ਹੈ,
ਤਿਨਾਂ ਨੂੰ ਅੰਦਰੋਂ ਹੀ ਸਭ ਕੁਝ ਲੱਭ ਗਿਆ ਹੈ। ਵਾਹਿਗੁਰੂ ਹੀ ਗੁਪਤੋਂ ਪ੍ਰਗਟ ਹੋ ਕੇ ਆਸ਼ਕਾਰ ਹੋ ਗਿਆ ਹੈ। ਸਰਬ ਇੱਛਾ ਪੂਰੀਆਂ ਕਰਨਹਾਰ ਵਾਹਿਗੁਰੂ ਹੀ ਜਦੋਂ ਜੋਤ ਪ੍ਰਕਾਸ਼ਕ ਅੰਦਰੋਂ ਹੀ ਪ੍ਰਗਟ ਹੋ ਗਿਆ ਤਾਂ ਨਾਮ ਧਿਆਵਨ ਹਾਰੇ ਗੁਰਮੁਖਾਂ ਦੀਆਂ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਮਨ ਇੱਛਤ ਫਲ ਤਿਨਾਂ ਨੂੰ ਪ੍ਰਾਪਤ ਹੋਏ ਆਉਂਦੇ ਹਨ। ਜਿਸ ਜਨ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਿਸ ਨੂੰ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੁਆਰਾ ਨਾਮ ਮਿਲਦਾ ਹੈ। ਗੁਰੂ ਅਤੇ ਗੁਰੂ ਬਖਸ਼ੇ ਨਾਮ ਦੀ ਪ੍ਰਾਪਤੀ ਵਾਲੇ ਹੀ ਪ੍ਰੇਮ ਰਸ ਪਰਾਇਣ ਹੋ ਕੇ ਹਰ ਗੁਣ ਗਾਉਂਦੇ ਹਨ। ਤਿਨਾਂ ਦਾ ਗੁਣ ਗਾਵਣਾ ਅਮਲ ਲੇਖੇ ਪੈਂਦਾ ਹੈ। ਉਹ ਦਿਨੇ ਰਾਤ ਨਾਮ ਧਿਆਵਣ ਵਿੱਚ ਹੀ ਜੁਟੇ ਰਹਿੰਦੇ ਹਨ। ਨਾਮ ਦੇ ਰਸ ਜੋਤ ਰੰਗਾਂ ਵਿੱਚ ਹੀ ਸਮਾਏ ਰਹਿੰਦੇ ਹਨ। ਧਰਮ ਰਾਏ ਤਿਨਾਂ ਦਾ ਐਨ ਅਨੁਸਾਰੀ ਮਿੱਤਰ ਬਣ ਕੇ ਅਗਾਹਾਂ ਗਿਆ ਉਹਨਾਂ ਦਾ ਸਤਿਕਾਰ ਕਰਦਾ ਹੈ। ਜਿੱਥੇ ਹੋਰਨਾਂ ਦਾ ਤਾਂ ਧਰਮ ਰਾਏ ਦੁਖੀ ਹੁੰਦਾ ਹੈ, ਉੱਥੇ ਅਜਿਹੇ ਗੁਰਮੁਖਾਂ ਦਾ ਮਿੱਤਰ ਤੇ ਤੋਖੀ ਬਣ ਜਾਂਦਾ ਹੈ। ਆਪਣੇ ਜਮਦੂਤਾਂ ਨੂੰ ਵੀ ਉਹਨਾਂ ਦੇ ਮਾਰਗ ਵਿੱਚ ਅਟਕਾਊ ਠਹਿਰਾਊ ਨਹੀਂ ਹੋਣ ਦਿੰਦਾ। ਗੁਰਮੁਖਾਂ ਦੇ ਪਰਲੋਕ ਗਮਨਾਰੀ ਮਾਰਗ ਅੰਦਰ ਜਮ ਦੇ ਦੂਤ ਵੀ ਵਿਘਨਕਾਰੀ ਨਹੀਂ ਹੋ ਸਕਦੇ। ਸੱਚ ਹੈ, ਜਿਸ ਦੇ ਵਾਹਿਗੁਰੂ ਵੱਲ ਹੈ ਉਸ ਦੇ ਸਭ ਕੋਈ ਵੱਲ ਹੈ, ਉਸ ਦਾ ਸਭ ਕੋਈ ਮਿੱਤਰ ਹੈ। ਜਿਸ ਗੁਰਮੁਖ ਪਿਆਰੇ ਨੇ ਸਭ ਥੋਕ ਵਿਸਾਰ ਕੇ ਸਭਨਾਂ ਨੂੰ ਤਿਆਗ ਕੇ ਇੱਕੋ ਵਾਹਿਗੁਰੂ ਨਾਲ ਮਿੱਤਰਾਈ ਗੰਢੀ ਹੈ, ਉਸ ਦੇ ਕਮਾਤੇ ਪਾਪ ਵਾਹਿਗੁਰੂ ਨੇ ਸਾਰੇ ਦਾਹ ਸਿੱਟੇ ਹਨ, ਦਗਧ ਕਰ ਦਿੱਤੇ ਹਨ। ਉਸ ਦਾ ਆਵਣ ਜਾਣਾ ਆਵਾਗਮਨ ਦਾ ਸਿਲਸਿਲਾ ਵੀ ਦੂਰ ਹੋ ਗਿਆ ਹੈ। ਨਾ ਉਹ ਫੇਰ ਜੰਮਦਾ ਹੈ ਨਾ ਮਰਦਾ ਹੈ। ਉਸ ਨੂੰ ਸੱਚੇ ਨਾਮ ਦਾ ਹੀ ਹਰ ਵਕਤ ਆਧਾਰ ਰਹਿੰਦਾ ਹੈ। ਸੱਚੇ ਨਾਮ ਦੇ ਆਧਾਰ ਵਿੱਚ ਹੀ ਨਿਮਗਨ ਰਹਿਣ ਕਰਕੇ ਉਸ ਨੂੰ ਸੋਗ ਮੋਹ ਨਹੀਂ ਵਿਆਪਦੇ, ਜਲ ਕੇ ਸੁਆਹ ਹੋ ਜਾਂਦੇ ਹਨ। ਸੋਗ ਮੋਹ ਆਦਿ ਦੀ ਅਗਨੀ ਵਿੱਚ ਉਹ ਜਲ ਸੜ ਨਹੀਂ ਸਕਦੇ, ਨਾ ਹੀ ਉਹ ਸੋਗ ਮੋਹ ਰੂਪ ਅਗਨੀ ਵਿੱਚ ਪੈਂਦੇ ਹਨ ਅਤੇ ਨਾ ਹੀ ਸੋਗ ਮੋਹ ਦੀ ਅਗਨੀ ਉਹਨਾਂ ਨੂੰ ਜਾਲ ਸਕਦੀ ਹੈ, ਕਿਉਂਕਿ ਨਾਮ ਨਿਧਾਨ ਰੂਪੀ ਸ਼ਾਂਤ ਸੀਤਲਤਾ ਉਹਨਾਂ ਦੇ ਅੰਤਰ ਸੰਚਰੀ ਹੋਈ ਹੁੰਦੀ ਹੈ। ਇਹ ਐਸੀ ਸੀਤਲਤਾ ਹੈ ਜਿਸ ਨੂੰ ਕੋਈ ਅਗਨੀ ਪੋ ਨਹੀਂ ਸਕਦੀ। ਇਹ ਉੱਪਰ ਅੰਕ੍ਰਿਤ ਭਾਵ ਇਸ ਹੇਠਲੇ ਗੁਰਵਾਕ ਦਾ ਇਨ ਬਿਨ ਅਨੁਵਾਦ ਹੈ। ਯਥਾ ਸਭੇ ਥੋਕ ਵਿਸਾਰ ਇੱਕੋ ਮਿੱਤ ਕਰ, ਮਨ ਤਨ ਹੋਏ ਨਿਹਾਲ ਪਾਪਾਂ ਦਹੈ ਹਰ। ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਰ, ਸੱਚ ਨਾਮ ਆਧਾਰ ਸੋਗ ਨਾ ਮੋਹ ਜਰ। ਨਾਨਕ ਨਾਮ ਨਿਧਾਨ ਮਨ ਮੈਂ ਸੰਜ ਧਰ। ਮਾਰੂ ਵਾਰ ਮਹਲਾ ਤੀਜਾ। ਇਹ ਮਨ ਨਾਮ ਬਿਨਾ ਅਹਨਸ ਪੰਜਾਂ ਦੂਤਾਂ ਦੇ ਵਸ ਹੀ ਪਿਆ ਰਹਿੰਦਾ ਹੈ, ਕਿਉਂਕਿ ਇਸ ਦੇ ਹੀ ਅੰਦਰ ਹੀ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਹਨ। ਇਹਨਾਂ ਦੇ ਵਸਗਤ ਹੋਇਆ ਜੀਵ ਦੁਖੀ ਹੁੰਦਾ ਹੈ। ਧਰਮ ਰਾਏ ਦੇ ਦੂਤਾਂ ਜਮ ਅਤੇ ਚਿੱਤਰਗੁਪਤਾਂ ਦੇ ਵਸ ਪੈਂਦਾ ਹੈ। ਅਗਲੇ ਗੁਰਵਾਕ ਵਿਖੇ ਇਸ ਦਸ਼ਾ ਨੂੰ ਕੈਸਾ ਖੋਲ ਕੇ ਦਰਸਾਇਆ ਹੈ। ਯਥਾ ਗੁਰਵਾਕ ਦੇਹੀ ਗਾਵਾਂ ਜਿਉਧਰ ਮਹਿਤੋ, ਬਸੈ ਪੰਚ ਕਿਰਸਾਨਾ। ਨੈਨੂ ਨਕਟੂ ਸ਼ਰਵਨੂ ਰਸਪਤ, ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋਂ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ। ਕਾਇਥ ਚੇਤੂ ਨਾਉ ਰਹਾਓ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ। ਪੰਚ ਕਿਰਸਾਨਵਾ ਭਾਗ ਗਏ, ਲੈ ਬਾਂਧਿਓ ਜਿਉ ਦਰਬਾਰੀ। ਕਹੈ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭੌਜਲ ਫੇਰਾ। ਮਾਰੂ ਕਬੀਰ ਜੀ। ਵਿਆਖਿਆ। ਇਸ ਦੇਹੀ ਰੂਪੀ ਗਾਉਂ ਪਿੰਡ ਦੀ ਧਰਤੀ ਦਾ ਚੌਧਰੀ, ਮਹਿਤਾ, ਮਾਲਕ ਜੀਵ ਆਤਮਾ ਹੈ। ਇਹ ਦੇਹੀ ਰੂਪੀ ਪਿੰਡ ਦੀ ਧਰਤੀ ਨੂੰ ਵਾਹੁਣ ਵਾਲੇ ਪੰਜ ਕਿਰਸਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਜੋ ਇਸ ਦੇਹੀ ਵਿੱਚ ਵਸਦੇ ਹਨ। ਅੱਖਾਂ, ਨੱਕ, ਕੰਨ ਤੇ ਰਸਨਾ ਆਦਿਕ ਇੰਦਰੀਆਂ ਇਹਨਾਂ ਪੰਚਾਂ ਦੇ ਵਸ ਪਈਆਂ ਹੋਈਆਂ ਹਨ। ਜੀਵ ਆਤਮਾ ਦੇ ਕਹੇ ਤੋਂ ਬਾਹਰ ਹੀ ਆਪ ਮੁਹਾਰੀਆਂ ਮਨ ਨੂੰ ਦਬੱਲੀ ਫਿਰਦੀਆਂ ਹਨ। ਐਸੀ ਹਾਲਤ ਦੇਖ ਕੇ ਇਹੀ ਸਿੱਟਾ ਨਿਕਲਦਾ ਹੈ ਕਿ ਇਹ ਦੇਹੀ ਰੂਪੀ ਗਾਉਂ ਪਿੰਡ ਹੁਣ ਨਹੀਂ ਵਸਦਾ, ਉਜੜ ਜਾਣਾ ਹੈ। ਉਜਾੜ ਹੀ ਛੱਡਿਆ ਹੈ ਪੰਜਾਂ ਚੋਰਾਂ ਨੇ, ਅਤੇ ਅੱਗੇ ਜਾ ਕੇ ਘੜੀ ਘੜੀ ਦਾ ਲੇਖਾ ਮੰਗੇਗਾ ਚਿੱਤਰਗੁਪਤ ਚੇਤੂ ਨਾਮ ਵਾਲਾ ਧਰਮ ਰਾਏ ਦਾ ਮੁਨਸ਼ੀ ਕਾਇਥ ਇਸ ਜੀਵ ਪਾਸੋਂ। ਅਤੇ ਧਰਮ ਰਾਏ ਵੀ
ਇਸ ਜੀਵ ਪਾਸੋਂ ਹੀ ਲੇਖਾ ਮੰਗੇਗਾ। ਜਦ ਲੇਖਾ ਮੰਗਸੀ ਧਰਮ ਰਾਏ, ਤਾਂ ਇਸ ਜੀਵ ਦੇ ਜੁੰਮੇ ਪਾਪ ਕਰਮਾਂ ਦੀ ਬਾਕੀ ਭਾਰੀ ਬਹੁਤ ਬਾਹਲੀ ਨਿਕਲਣੀ ਹੈ। 5 ਕਿਰਸਾਨ ਕਾਮ ਕ੍ਰੋਧ ਲੋਭ ਮੋਹ ਆਦਿਕ ਸਣੇ ਕਰਮ ਇੰਦਰੀਆਂ ਦੇ ਅਛੁੱਤ ਨਿਕਲ ਕੇ ਭੱਜ ਜਾਣਗੇ। ਇਕੱਲਾ ਵਿਚਾਰਾ ਜੀਵ ਹੀ ਧਰਮ ਰਾਏ ਦੇ ਦਰਬਾਰੀਆਂ ਜਮਦੂਤਾਂ ਨੇ ਫੜ ਕੇ ਬੰਨ੍ਹ ਲੈਣਾ ਹੈ। ਇਹਨਾਂ 5 ਕਿਰਸਾਨਾਂ ਦਾ ਕੀ ਜਾਣਾ ਹੈ? ਤਾਂ ਤੇ ਜੋ ਉਪਾਵ ਜੀਵ ਦੇ ਬਚਾਓ ਦਾ ਹੋ ਸਕਦਾ ਹੈ, ਇਹੋ ਇਸੇ ਮਨੁੱਖਾ ਦੇਹੀ ਦੇ ਹੁੰਦਿਆਂ ਕਰਦਿਆਂ ਹੀ ਹੋ ਸਕਦਾ ਹੈ। ਉਹ ਉਪਾਵ ਹੈ ਨਾਮ ਸਿਮਰਨ ਦੀ ਅਤੁੱਟ ਕਮਾਈ ਦਾ, ਜਿਸ ਦੇ ਪ੍ਰਤਾਪ ਨਾਲ ਇਸੇ ਮਨੁੱਖਾ ਜਨਮ ਦੀ ਬਰੀਆ ਇਸੇ ਮਿਲੀ ਬਾਰੀ ਵਿਖੇ ਹੀ ਬਖਸ਼ਿਆ ਜਾ ਸਕਦਾ ਹੈ, ਅਤੇ ਫਿਰ ਇਸੇ ਮਨੁੱਖਾ ਜਨਮ ਦੀ ਮਿਲੀ ਬਰੀਆ ਵਿਖੇ ਹੀ ਸਾਰਾ ਸਰੰਜਾਮ ਭਵਜਲ ਤਰਨ ਦਾ ਅਤੇ ਅੱਗਾ ਸੰਭਾਰਨ ਦਾ ਬਣ ਸਕਦਾ ਹੈ। ਕਿਉਂਕਿ ਮੁੜ ਕੇ ਇਹ ਬਾਰੀ ਮਿਲੇ ਕਿ ਨਾ ਮਿਲੇ, ਮਿਲੇ ਤਾਂ ਖਬਰੇ ਕਿਤਨੇ ਗੇੜ ਪਿੱਛੋਂ ਮਿਲੇ। ਜੇ ਖੁੰਝ ਗਏ ਤਾਂ ਮੁੜ ਧਰਮ ਰਾਏ ਦੇ ਜਮਦੂਤਾਂ ਦੇ ਵਸ ਹੀ ਪੈਣਾ ਪਊ। ਉੱਪਰਲੇ ਗੁਰਵਾਕ ਦੇ ਭਾਵ ਦੀ ਪੁਸ਼ਟੀ ਹੀ ਇਹ ਅਗਲਾ ਗੁਰਵਾਕ ਕਰਾਉਂਦਾ ਹੈ। ਯਥਾ ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਮਾਰੂ ਕਬੀਰ ਜੀ। ਭਾਵ ਜਿਸ ਪ੍ਰਾਣੀ ਨੇ ਮਨੁੱਖਾ ਦੇ ਜਨਮ ਧਾਰ ਕੇ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕੀਤਾ ਅਤੇ ਜੀ ਦਇਆ ਨਹੀਂ ਪਾਲੀ, ਉਸ ਨੂੰ ਮਰਨ ਪਛਾਤ ਮੌਤ ਦੇ ਘਾਟ ਉਤਰਦੇ ਨੂੰ ਹੀ ਜਮ ਨੇ ਆ ਗ੍ਰਸਣਾ ਹੈ ਅਤੇ ਵਾਲਾਂ ਤੋਂ ਫੜ ਕੇ ਪਟੜੇ ਵਾਂਗੂ ਪਛਾੜਨਾ ਹੈ। ਉਸ ਦਿਨ ਉਸ ਦਾ ਕੱਖ ਵੀ ਚਾਰਾ ਨਹੀਂ ਚੱਲਣਾ, ਫਿਰ ਉਸ ਦੇ ਵੱਸ ਦੀ ਗੱਲ ਨਹੀਂ ਰਹਿਣੀ। ਤਾਂ ਤੇ ਜੇ ਅੱਗੇ ਚੱਲ ਕੇ ਇਹਨਾਂ ਕਰੜੀਆਂ ਸਜ਼ਾਵਾਂ ਤੋਂ ਬਚਣਾ ਹੈ, ਤਾਂ ਹਰੇਕ ਪ੍ਰਾਣੀ ਮਾਤਰ ਨੂੰ ਸਿਮਰਨ ਭਜਨ ਦਇਆ ਦੇ ਗੁਰਮਤ ਅਸੂਲ ਉੱਤੇ ਤਤਪਰ ਹੋ ਜਾਣਾ ਚਾਹੀਦਾ ਹੈ, ਅਮਲੀ ਤੌਰ ਤੇ। ਇਸ ਸਿਮਰਨ ਭਜਨ ਦਇਆਮਈ ਗੁਰਮਤ ਦੀ ਅਮਲੀ ਜ਼ਿੰਦਗੀ ਬਿਨਾਂ ਅੱਗੇ ਗਿਆਂ ਧਰਮ ਰਾਏ ਜ਼ਰੂਰ ਲੇਖਾ ਹੀ ਮੰਗੇਗਾ। ਤਾਂ ਉਹਦੇ ਅੱਗੇ ਕੀ ਮੂੰਹ ਲੈ ਕੇ ਜਾਣਾ ਹੋਊ ਅਤੇ ਉਸਨੂੰ ਕੀ ਜਵਾਬ ਦੇਣਾ ਪਊ? ਕੁਛ ਵੀ ਨਹੀਂ। ਮੂੰਹੋਂ ਮੂੰਹ ਚੋਟਾਂ ਖਾਣੀਆਂ ਪੈਣਗੀਆਂ ਤੇ ਜ਼ਰੂਰ ਖਾਣੀਆਂ ਪੈਣਗੀਆਂ। ਉੱਪਰਲੇ ਗੁਰਵਾਕ ਦੇ ਭਾਵ ਤੋਂ ਉਲਟ ਹੇਠਲਾ ਗੁਰਵਾਕ ਦੱਸਦਾ ਹੈ ਕਿ ਨਾਮ ਸਿਮਰਨ ਵਾਲਿਆਂ ਦਾ ਅੱਗੇ ਜਾ ਕੇ ਧਰਮ ਰਾਏ ਆਦਰ ਸਤਕਾਰ ਕਰਦਾ ਹੈ। ਯਥਾ ਗੁਰਵਾਕ ਪੈ ਕੋ ਭਉ ਪੜਿਆ ਸਿਮਰਤ ਹਰ ਨਾਮ, ਸਗਲ ਬਿਆਦ ਮਿੱਟੀ ਤ੍ਰਿਹ ਗੁਣ ਕੀ, ਦਾਸ ਕੇ ਹੋਏ ਪੂਰਨ ਕਾਮ। ਰਹਾਓ ਹਰ ਕੇ ਲੋਕ ਸਦਾ ਗੁਣ ਗਾਵੈਂ, ਤਿਨ ਕੋ ਮਿਲਿਆ ਪੂਰਨ ਧਾਮ। ਜਨ ਕਾ ਦਰਸ ਬਾਂਛੈ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ। ਭੈਰੋ ਮਹੱਲਾ ਪੰਜਵਾਂ। ਭਾਵ ਨਾਮ ਦੇ ਸਿਮਰਨ ਪ੍ਰਤਾਪ ਨਾਲ ਜੀਵ ਨੂੰ ਸਤਾਵਣ ਵਾਲੇ ਭੈ ਸਾਰੇ ਭੈ ਭੀਤ ਹੋ ਗਏ, ਅਰਥਾਤ ਮਿਟ ਗਏ। ਸਗਲ ਭਉ ਮਿਟ ਗਏ। ਨਾਮ ਦੀ ਸਿਮਰਨ ਕਮਾਈ ਦੇ ਤੁਫੈਲ ਤਿਹਾਂ ਗੁਣਾਂ ਦੀ ਵਿਆਧੀ ਉਪਾਧੀ ਮਿਟ ਗਈ ਅਤੇ ਨਾਮ ਸਿਮਰਨ ਕਮਾਈ ਵਾਲੇ ਦਾਸ ਦੇ ਸਾਰੇ ਮਨੋਰਥ ਪੂਰੇ ਹੋ ਗਏ ਅਤੇ ਅਗਾਹਾਂ ਨੂੰ ਅਜਿਹੀਆਂ ਨਾਮ ਕਮਾਈਆਂ ਵਾਲਿਆਂ ਦੇ ਹੁੰਦੇ ਰਹਿਣਗੇ ਮਨੋਰਥ ਪੂਰੇ। ਵਾਹਿਗੁਰੂ ਦੇ ਸਦਾ ਗੁਣ ਗਾਵਣ ਹਾਰਿਆਂ ਹਰ ਕੇ ਲੋਕਾਂ ਨੂੰ ਅੱਗੇ ਜਾ ਕੇ ਪੂਰਨ ਗੁਰਧਾਮ ਦਾ ਨਿਵਾਸ ਮਿਲੇਗਾ। ਭਾਵ ਗੁਰਪੁਰੀ ਵਿੱਚ ਹੋਵੇਗਾ ਵਾਸਾ ਤਿਨਾਂ ਦਾ। ਇੱਥੇ ਪੂਰਨ ਧਾਮੀ ਪੂਰਨ ਪ੍ਰਤਾਪੀ ਪੁੱਗ ਖਲੋਏ ਗੁਰਮੁਖ ਜਨਾਂ ਦੇ ਦਰਸ਼ਨਾਂ ਦੀ ਬਾਂਛਾ, ਦਿਨ ਰਾਤੀ ਦਰਸ਼ਨ ਕਰਨ ਦੀ ਬਾਂਛਾ ਧਰਮ ਰਾਏ ਅਤੇ ਉਸ ਦੇ ਦੂਤ ਜੰਮ ਵੀ ਲੋਚਦੇ ਹਨ। ਜੇ ਪੂਰੀ ਹੋ ਜਾਵੇ ਤਾਂ ਉਹ ਵੀ ਪੁਨੀਤ ਹੋ ਜਾਂਦੇ ਹਨ। ਧਰਮ ਰਾਏ ਅਤੇ ਉਸ ਦੇ ਦੂਤ ਜੰਮ ਆਦਿਕ ਵੀ ਉੱਪਰ ਦੀਆਂ ਸਿਫਤਾਂ ਵਾਲੇ ਗੁਰਮੁਖਾਂ ਦਾ ਦਰਸ਼ਨ ਕਰਕੇ ਪਾਵਨ ਅਤੇ ਪੁਨੀਤ ਹੋ ਜਾਂਦੇ ਹਨ। ਐਸਾ ਹੈ ਮਹਾਤਮ ਪੂਰਨ ਧਾਮੀ ਹਰ ਪਦ ਪੁਗਾਮੀ ਗੁਰਮੁਖ ਜਨਾਂ ਦੇ ਦਰਸ਼ਨਾਂ ਦਾ ਅਤੇ ਦਰਸ਼ਨਾਂ ਦੀ ਬਾਂਛਾ ਦਾ। ਨਾਮ ਬਿਹੂਣਿਆਂ ਨੂੰ ਹੀ ਧਰਮ ਰਾਏ ਦੀ ਅੱਗੇ ਜਾ ਕੇ ਪਕੜ ਤਕੜ ਹੈ। ਸਿਮਰਨ ਭਜਨ ਬਿਨਾ ਮਨੁੱਖਾ ਜਨਮ ਬਾਦ ਗਵਾਵਣ ਹਾਰਿਆਂ ਦੇ ਮੂੰਹ ਧਰਮ ਰਾਏ ਦੇ ਸਾਹਮਣੇ ਕਾਲੇ ਕੀਤੇ ਜਾਣਗੇ। ਅੱਗੇ ਚੱਲ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਧਰਮ ਰਾਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੇਪਤੀ ਕਰੇਗਾ ਅਤੇ ਇਹੋ ਜਿਹੇ ਕਾਲੇ ਮੂੰਹ ਵਾਲਿਆਂ ਨੂੰ ਸਜ਼ਾ ਧਰਮ ਰਾਏ ਦੇ ਦਰਬਾਰੋਂ ਜੋ ਮਿਲੇਗੀ ਉਹ ਵੱਖਰੀ ਰਹੀ, ਅਰਥਾਤ ਉਹ ਸਜ਼ਾਵਾਂ ਵੀ ਭੁਗਤਣੀਆਂ ਪੈਣਗੀਆਂ, ਜੈਸਾ ਕਿ ਇਸ ਹੇਠਲੇ ਗੁਰਵਾਕ ਦਾ ਭਾਵ ਹੈ।
ਧਰਮ ਰਾਏ ਜਬ ਪਕਰਸ ਬਵਰੇ ਤੋ ਕਾਲ ਮੁਖਾ ਉਠ ਜਾਹੀ। ਸਾਰੰਗ ਮਹਲਾ ਪੰਜਵਾਂ। ਸ਼ੰਕਾ, ਸੰਕੋਚ, ਲਾਜ ਕੁਲਾਜ ਲੁਕਾਵੀ ਤਜ ਕੇ ਅਤੇ ਅਹੰਕਾਰ ਰਹਿਤ ਹੋ ਕੇ ਸਦਾ ਸਤ ਸੰਗਤ ਕਰਨ ਵਾਲਿਆਂ ਅਤੇ ਸਾਧ ਸੰਗਤ ਵਿੱਚ ਮਿਲ ਕੇ ਰਹਿਣ ਵਾਲਿਆਂ ਦੀ ਸਭ ਮੁਥਾਜੀ ਧਰਮ ਰਾਏ ਦੀ ਈਨ ਅਤੇ ਕਾਣ ਮੰਨਣ ਦੀ ਚੁੱਕੀ ਜਾਣੀ ਹੈ ਅਤੇ ਬਿਖ ਡੁੱਬਦੇ ਦੇ ਬਚਣ ਦੀ ਕਾਢ ਵੀ ਨਿਕਲ ਆਉਣੀ ਹੈ। ਯਥਾ ਗੁਰਵਾਕ। ਤਜ ਲਾਜ ਅਹੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀਜੈ। ਧਰਮ ਰਾਏ ਕੀ ਕਾਨ ਚੁਕਾਵੈ, ਬਿਖ ਡੁੱਬਦਾ ਕਾਢ ਕਢੀਜੈ। ਕਲਿਆਣ ਮਹਲਾ ਚੌਥਾ। ਨਾਮ ਦੇ ਸਿਮਰਨ ਦੀ ਪਾਰਸ ਪ੍ਰਤਾਪੀ ਪ੍ਰਭਾਵ ਕਲਾ ਦੇ ਕਾਰਨ ਨਾਮ ਅਭਿਆਸੀ ਦੇ ਸਾਰੇ ਕਿਲਵਿਖ ਪਾਪ ਕੱਟੇ ਜਾਂਦੇ ਹਨ ਅਤੇ ਧਰਮ ਰਾਏ ਦੇ ਦਫ਼ਤਰੀ ਲੇਖੇ ਦੀ ਮਿਸਲ ਸੰਬੰਧੀ ਸਭ ਕਾਗਜ਼ ਫਾੜੇ ਜਾਂਦੇ ਹਨ। ਯਥਾ ਗੁਰਵਾਕ। ਸਿਮਰਤ ਨਾਮ ਕਿਲਬਿਖ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ। ਪ੍ਰਭਾਤੀ ਮਹਲਾ ਪੰਜਵਾਂ। ਗੁਰੂ ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਚਰਨ ਕਮਲਾਂ ਦਾ ਧਿਆਨ ਧਰਨ ਹਾਰਿਆਂ ਨੂੰ ਵੀ ਧਰਮ ਰਾਏ ਦਾ ਤਰਾਸ ਨਹੀਂ ਰਹਿੰਦਾ। ਯਥਾ ਗੁਰਵਾਕ। ਰਵ ਕੇ ਸੁਤ ਕੋ ਤਿਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਵਤ ਹੈ। ਸਵਈਏ ਮਹੱਲੇ ਚੌਥੇ ਕੇ। ਰਵ ਕੇ ਸੁਤ ਦੇ ਅਰਥ ਧਰਮ ਰਾਏ ਦੇ ਹਨ। ਪਾਪ ਕਰਮ ਕਮਾਵਣ ਹਾਰੇ ਪਾਪੀ ਪੁਰਸ਼ ਅੱਗੇ ਜਾ ਕੇ ਰੋਂਦੇ ਕੁਰਲਾਉਂਦੇ ਹਾਏ ਹਾਏ ਕੁਰਲਾਟ ਕਰਦੇ ਹਨ। ਉਹਨਾਂ ਨੂੰ ਧਰਮ ਰਾਏ ਇਉਂ ਪੀੜਦਾ ਹੈ ਜਿਉਂ ਕੋਲੂ ਵਿੱਚ ਤਿਲ ਪੀੜੀਂਦੇ ਹਨ, ਜਿਉਂ ਘਾਣ ਪਈਆਂ ਮਧਾਣੀਆਂ ਘਾਣ ਨੂੰ ਮੱਥਦੀਆਂ ਹਨ। ਯਥਾ ਗੁਰਵਾਕ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਸ਼ਲੋਕ ਮਹਲਾ ਪੰਜਵਾਂ। ਇਤਨੇ ਗੁਰ ਪ੍ਰਮਾਣਾਂ ਦੀ ਮੌਜੂਦਗੀ ਵਿੱਚ ਕੋਈ ਪ੍ਰਾਣੀ ਵੀ ਗੁਰਬਾਣੀ ਉੱਪਰ ਸ਼ਰਧਾ ਰੱਖਣ ਵਾਲਾ ਇਹ ਦਮ ਨਹੀਂ ਮਾਰ ਸਕਦਾ ਕਿ ਧਰਮ ਰਾਏ ਦੀ ਹੋਂਦ ਤੋਂ ਇਨਕਾਰ ਕਰ ਸਕੇ ਜਾਂ ਆਵਾਗਮਨ ਦੇ ਅਸੂਲ ਨੂੰ ਨਾ ਮੰਨ ਸਕੇ ਅਤੇ ਚਿਤਰਗੁਪਤ ਆਦਿ ਪ੍ਰਥਾਏ ਗੁਰਬਾਣੀ ਅੰਦਰ ਜਗ੍ਹਾ ਬਜਗ੍ਹਾ ਆਈਆਂ ਪ੍ਰਮਾਣਿਕ ਉਦਾਹਰਣਾਂ ਦੀ ਰੋਸ਼ਨੀ ਵਿੱਚ ਇਨ੍ਹਾਂ ਹੋਂਦਾਂ ਤੋਂ ਸਿਰ ਫੇਰ ਸਕੇ। ਆਵਾਗਮਨ ਪ੍ਰਥਾਏ ਤਾਂ ਗੁਰਬਾਣੀ ਅੰਦਰ ਹੋਰ ਬਥੇਰੇ ਪ੍ਰਮਾਣ ਹਨ, ਪਰੰਤੂ ਉੱਪਰ ਦਿੱਤੇ ਗੁਰਪ੍ਰਮਾਣ ਹੀ ਕਾਫੀ ਹਨ। ਪੁਸਤਕ ਅੱਗੇ ਹੀ ਵੱਧ ਗਈ ਹੈ, ਇਸ ਕਰਕੇ ਇੱਥੇ ਹੀ ਸਮਾਪਤ ਕਰਦੇ ਹਾਂ। ਕਰਮਾਂ ਦੇ ਨਿਰਣੇ ਸੰਬੰਧੀ ਪ੍ਰਕਰਣ ਬਹੁਤ ਲੰਬਾ ਹੈ, ਇਸ ਕਰਕੇ ਕਰਮ ਫਿਲਾਸਫੀ ਸੰਬੰਧੀ ਵੱਖਰੀ ਪੁਸਤਕ ਲਿਖਣ ਦੀ ਧਾਰਨਾ ਧਾਰੀ ਹੈ। ਜੇ ਸਤਿਗੁਰੂ ਨੂੰ ਮਨਜ਼ੂਰ ਹੋਈ ਤਾਂ ਇਹ ਵੀ ਪੂਰੀ ਹੋ ਹੀ ਜਾਵੇਗੀ। ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ, ਖਿਲਾਵਨ ਹਾਰੋ ਜਾਨੈ। ਗੌੜੀ ਮਹੱਲਾ ਪੰਜਵਾਂ।